ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਹਮਦਰ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਹੈਲਥ ਟਾਕ ਵਿੱਚ। ਮੈਂ ਹਾਂ ਤਰਨਜੀਤ ਕੌਰ ਘੁੰਮਣ ਹਾਜ਼ਰ ਹਾਂ ਜੀ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਜਿਹਦੇ ਵਿੱਚ ਗੱਲਬਾਤ ਕਰਾਂਗੇ ਤੁਹਾਡੀ ਸਿਹਤ ਦੇ ਬਾਰੇ ਵਿੱਚ। ਸਿਹਤ ਨੂੰ ਲੈ ਕੇ ਤੁਹਾਡਾ ਕੋਈ ਵੀ ਸਵਾਲ ਆ ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ ਵਿੱਚ ਕਾਲ ਕਰ ਸਕਦੇ ਹੋ। ਵੈਸੇ ਗੱਲਬਾਤ ਅੱਜ ਡਾਇਬੀਟੀਜ਼ ਦੇ ਬਾਰੇ ਵਿੱਚ ਅਸੀਂ ਕਰਨ ਵਾਲੇ ਹਾਂ। ਡਾਇਬੀਟੀਜ਼ ਦੇ ਖੇਤਰ ਵਿੱਚ ਹੋਰ ਕੀ ਨਵੀਆਂ ਖੋਜਾਂ ਆ ਰਹੀਆਂ ਨੇ। ਸਾਰੇ ਜਾਣਦੇ ਨੇ ਕਿ ਡਾਇਬੀਟੀਜ਼ ਦੇ ਖੇਤਰ ਵਿੱਚ ਇਨਸੂਲਿਨ ਜਿਹੜੀ ਆ ਇਹ ਕੈਨੇਡਾ ਦੀ ਦੇਣ ਹੈ। ਸੋ ਇਸ ਤੋਂ ਇਲਾਵਾ ਹੁਣ ਹੋਰ ਕਿਹੜੀਆਂ ਖੋਜਾਂ ਆ ਰਹੀਆਂ ਨੇ ਕਿ ਕੋਈ ਅਜਿਹਾ ਸਮਾਂ ਆ ਸਕਦਾ ਹੈ ਕਿ ਡਾਇਬੀਟੀਜ਼ ਦੀ ਬਿਮਾਰੀ ਦੇ ਉੱਤੇ ਪੂਰੀ ਤਰ੍ਹਾਂ ਨਾਲ ਨਿਯੰਤਰਣ ਕੀਤਾ ਜਾ ਸਕਦਾ, ਕਾਬੂ ਕੀਤਾ ਜਾ ਸਕਦਾ। ਜਿਵੇਂ ਕਿਸੇ ਟਾਈਮ ਪੋਲੀਓ ਨੂੰ ਕਿਹਾ ਜਾਂਦਾ ਸੀ, ਪੋਲੀਓ ਦੀਆਂ ਫਿਰ ਡ੍ਰੌਪਸ ਆਉਣੀਆਂ ਸ਼ੁਰੂ ਹੋਈਆਂ ਤੇ ਹੁਣ ਬਹੁਤ ਸਾਰੇ ਦੁਨੀਆ ਦੇ ਜਿਹੜੇ ਦੇਸ਼ ਨੇ ਪੋਲੀਓ ਮੁਕਤ ਹੋ ਚੁੱਕੇ ਨੇ। ਕੀ ਕਦੇ ਕੋਈ ਐਦਾਂ ਦਾ ਸਮਾਂ ਵੀ ਆਏਗਾ ਕਿ ਡਾਇਬੀਟੀਜ਼ ਤੋਂ ਵੀ ਹਮੇਸ਼ਾ ਲਈ ਛੁਟਕਾਰਾ ਪਾਇਆ ਜਾ ਸਕਦਾ? ਜਿਹੜੀਆਂ ਨਵੀਆਂ ਖੋਜਾਂ ਆ ਰਹੀਆਂ ਨੇ, ਇਹ ਕੀ ਖੋਜਾਂ ਨੇ, ਇਹਨਾਂ ਦਾ ਕੀ ਅਸਰ ਹੋਏਗਾ? ਸੋ ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਨਾਲ ਹੀ ਤੁਹਾਡੇ ਸਵਾਲ ਵੀ ਜਿਹੜੇ ਹੋਣਗੇ ਉਹਨਾਂ ਦਾ ਵੀ ਜਵਾਬ ਦੇਣਗੇ। ਸਾਡੇ ਨਾਲ ਜੁੜ ਚੁੱਕੇ ਨੇ ਜੀ ਇਹਨਾਂ ਮੁੱਦਿਆਂ ਉੱਤੇ ਗੱਲਬਾਤ ਕਰਨ ਲਈ ਡਾਕਟਰ ਹਰਪ੍ਰੀਤ ਸਿੰਘ ਬਜਾਜ। ਡਾਕਟਰ ਬਜਾਜ, ਸਵਾਗਤ ਹੈ ਤੁਹਾਡਾ। ਥੈਂਕ ਯੂ ਜੀ ਤਰਨਜੀਤ ਜੀ। ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਸਾਰੇ ਦਰਸ਼ਕਾਂ ਨੂੰ ਵੀ। ਕੀ ਹਾਲ ਚਾਲ ਨੇ ਸਰ? ਠੀਕ ਨੇ ਜੀ, ਤੁਹਾਡੇ ਕੀ ਹਾਲ ਨੇ ਜੀ? ਆਲ ਗੁੱਡ ਸਰ, ਬਹੁਤ ਵਧੀਆ। ਵੈਕਸੀਨ ਦੀ ਡੋਜ਼ ਲੱਗ ਚੁੱਕੀ ਹੈ ਤੇ ਸਾਡੇ ਦਰਸ਼ਕ ਵੀ ਕਾਫੀ ਸਾਨੂੰ ਕਈ ਵਾਰੀ ਕਾਲਸ ਕਰਦੇ ਆ, ਮੈਸੇजेस ਕਰਦੇ ਆ ਕਿ ਕਈਆਂ ਨੂੰ ਤਾਂ ਸੈਕਿੰਡ ਡੋਜ਼ ਵੀ ਲੱਗ ਚੁੱਕੀ ਆ ਵੈਕਸੀਨ ਦੀ। ਸੋ ਹੁਣ ਹੌਲੀ ਉਮੀਦ ਕਰਦੇ ਹਾਂ ਕਿ ਕਰੋਨਾ ਨੂੰ ਮਾਤ ਪਾਈ ਜਾਏਗੀ ਕੈਨੇਡਾ ਵਿੱਚ ਛੇਤੀ। ਹੋ ਜੀ ਬਿਲਕੁਲ। ਮੇਰੇ ਖਿਆਲ 72-73% ਜਿਹੜੇ ਕੈਨੇਡੀਅਨ ਹੈਗੇ ਨੇ ਉਹਨਾਂ ਨੂੰ ਪਹਿਲੀ ਡੋਜ਼ ਲੱਗ ਚੁੱਕੀ ਹੈਗੀ ਹੈ, 55% ਨੂੰ ਦੂਜੀ ਡੋਜ਼ ਲੱਗ ਚੁੱਕੀ ਹੈਗੀ ਹੈ। ਤੇ ਆਪਾਂ ਜਿਹੜੇ ਕੋਸ਼ਿਸ਼ ਕਰਨੀ ਹੈਗੀ ਹੈ, ਜਿਹੜੇ ਆંકੜੇ ਹੈਗੇ ਨੇ ਉਹ ਹੋਰ ਜ਼ਿਆਦਾ ਵਧਣ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਜਿਹੜੇ ਹੈਗੇ ਪ੍ਰੋਟੈਕਟ ਕਰ ਸਕਣ, ਆਪਣੇ ਤੋਂ ਕਰੋਨਾ ਤੋਂ ਪ੍ਰੋਟੈਕਟ ਕਰ ਸਕਣ, ਤਾਂ ਕਿ ਅਸੀਂ ਐਟਲੀਸਟ ਕੈਨੇਡਾ ਵਿੱਚ ਦੁਬਾਰਾ ਹੁਣ ਚੌਥੀ ਵੇਵ ਨਾ ਦੇਖੀਏ। ਬਿਲਕੁਲ ਸਰ ਡਾਇਬੀਟੀਜ਼ ਦੀ ਵੀ ਨਾਲ ਆਪਾਂ ਜ਼ਰੂਰ ਗੱਲ ਕਰਾਂਗੇ ਕਿਉਂਕਿ ਡਾਇਬੀਟੀਜ਼ ਨੂੰ ਲੈ ਕੇ ਸਾਨੂੰ ਸਵਾਲ ਵੀ ਕਾਫੀ ਆਉਂਦੇ ਨੇ। ਡਾਇਬੀਟੀਜ਼ ਸਾਰੇ ਜਾਣਦੇ ਨੇ ਕਿ ਕੈਨੇਡਾ ਜਿਹੜਾ ਇਨਸੂਲਿਨ ਦੇ ਖੇਤਰ ਦੇ ਵਿੱਚ ਉਹ ਮੱਲਾਂ ਮਾਰੀਆਂ ਨੇ। ਇਨਸੂਲਿਨ ਜਿਹੜੀ ਆ ਦੁਨੀਆ ਨੂੰ ਡਾਇਬੀਟੀਜ਼ ਦੇ ਵਿੱਚ ਕੈਨੇਡਾ ਦੀ ਹੀ ਦੇਣ ਹੈ। ਸੋ ਐਨੀਵਰਸਰੀ ਵੀ ਮਨਾਈ ਜਾਣ ਵਾਲੀ ਹੈ। ਸੋ ਕੀ ਕਹਿਣਾ ਚਾਹੋਗੇ? ਡਾਇਬੀਟੀਜ਼ ਦੇ ਮਰੀਜ਼ਾਂ ਦੀ ਗਿਣਤੀ ਪਰ ਹਜੇ ਘੱਟ ਨਹੀਂ ਰਹੀ। ਜੀ ਬਿਲਕੁਲ। 100 ਸਾਲ ਹੋ ਗਏ ਹੈਗੇ ਨੇ ਇਨਸੂਲਿਨ ਦੀ ਜਿਹੜੀ ਡਿਸਕਵਰੀ ਆਪਾਂ ਕਹਿ ਦਈਏ ਹੋਈ ਸੀ ਕੈਨੇਡਾ ਦੇ ਵਿੱਚ। ਤੇ 100 ਸਾਲ ਦੀ ਐਨੀਵਰਸਰੀ ਜਿਹੜੀ ਹੈਗੀ ਹੈ ਇਸ ਸਾਲ ਮਨਾਈ ਜਾ ਰਹੀ ਹੈਗੀ ਹੈ। ਇਸ ਸਾਲ ਆਪਾਂ ਕਹਿ ਸਕਦੇ ਹੈਗੇ ਹਾਂ 100 ਸਾਲ ਨੂੰ ਸੈਲੀਬ੍ਰੇਟ ਕਰਨ ਵਾਸਤੇ ਹੀ ਇੱਕ ਨਵਾਂ ਲਾਅ ਵੀ ਬਣਾਇਆ ਹੈਗਾ ਫੈਡਰਲ ਗਵਰਨਮੈਂਟ ਨੇ, ਜੋ ਸਾਡੇ MP ਸੋਨੀਆ ਸਿੱਧੂ ਨੇ ਲਾਅ ਪੇਸ਼ ਕੀਤਾ ਸੀਗਾ, ਉਹ ਪਾਸ ਹੋ ਗਿਆ ਹੈਗਾ। ਉਹਦੇ ਵਿੱਚ ਡਾਇਬੀਟੀਜ਼ ਦਾ ਇੱਕ ਨੈਸ਼ਨਲ ਫਰੇਮਵਰਕ ਜਿਹੜਾ ਹੈਗਾ ਬਣਾਇਆ ਜਾ ਰਿਹਾ ਹੈਗਾ। ਵੀ ਜਿਵੇਂ ਤੁਸੀਂ ਕਿਹਾ ਹੈਗਾ ਕਿ ਡਾਇਬੀਟੀਜ਼ ਦੀ ਬਿਮਾਰੀ ਵਧੀ ਜਾ ਰਹੀ ਹੈਗੀ ਆ, ਤੇ ਉਹਨੂੰ ਕਿਵੇਂ ਰੋਕਥਾਮ ਕਿਵੇਂ ਕੀਤੀ ਜਾ ਸਕਦੀ ਹੈਗੀ ਆ ਐਟ ਅ ਨੈਸ਼ਨਲ ਲੈਵਲ ਪੂਰੇ ਕੈਨੇਡਾ ਦੇ ਵਿੱਚ। ਤੇ ਨਾਲ ਜਿਨ੍ਹਾਂ ਨੂੰ ਜੇ ਡਾਇਬੀਟੀਜ਼ ਹੈਗੀ ਹੈ ਤੇ ਉਹਨਾਂ ਨੂੰ ਕੰਪਲਿਕੇਸ਼ਨਸ ਤੋਂ ਕਿਵੇਂ ਬਚਾਇਆ ਜਾ ਸਕਦਾ ਹੈਗਾ ਤਾਂ ਕਿ ਉਹ ਸਿਹਤਮੰਦ ਜ਼ਿੰਦਗੀ ਬਤੀਤ ਕਰ ਸਕਣ। ਇਹਦੇ ਬਾਰੇ ਨੈਸ਼ਨਲ ਲਾਅ ਜਿਹੜਾ ਹੈਗਾ ਨਵਾਂ ਬਣਿਆ ਹੈਗਾ। ਡਾਕਟਰ ਬਜਾਜ, ਸਭ ਤੋਂ ਪਹਿਲਾਂ ਕਹਿੰਦੇ ਹੁੰਦੇ ਆ ਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਲੋਕਾਂ ਨੂੰ ਨੌਲੇਜ ਦੇਣੀ ਬਹੁਤ ਜ਼ਰੂਰੀ ਹੈ ਕਿ ਡਾਇਬੀਟੀਜ਼ ਨਾਮ ਦੀ ਕੀ ਬਿਮਾਰੀ ਹੈਗੀ ਹੈ, ਵੀ ਡਾਇਬੀਟੀਜ਼ ਹੁੰਦੀ ਕੀ ਹੈ, ਇਹਦੇ ਬਾਰੇ ਅਵੇਅਰਨੈਸ ਕ੍ਰੀਏਟ ਕਰਨੀ ਬਹੁਤ ਜ਼ਰੂਰੀ ਹੈ। ਸੋ ਇਸ ਨੂੰ ਲੈ ਕੇ ਕੀ ਕੀਤਾ ਜਾ ਰਿਹਾ ਕਿ ਜਿਹੜੇ ਕੈਨੇਡੀਅਨਸ ਨੇ ਉਹਨਾਂ ਵਿੱਚ ਡਾਇਬੀਟੀਜ਼ ਦੇ ਪ੍ਰਤੀ ਖਾਸ ਤੌਰ ਤੇ ਜਿਹੜੀ ਏਸ਼ੀਅਨ ਕਮਿਊਨਿਟੀ ਇੰਨੀ ਜ਼ਿਆਦਾ ਇਹਨਾਂ ਵਿੱਚ ਇਹ ਬਿਮਾਰੀ ਪਾਈ ਜਾ ਰਹੀ ਹੈ। ਸੋ ਵੀ ਅਵੇਅਰਨੈਸ ਕ੍ਰੀਏਟ ਕਰਨ ਲਈ ਕੀ ਕੀਤਾ ਜਾ ਰਿਹਾ ਡਾਇਬੀਟੀਜ਼ ਦੇ ਪ੍ਰਤੀ? ਜੀ ਬਿਲਕੁਲ ਜ਼ਰੂਰ। ਬਹੁਤ ਹੀ ਅੱਛਾ ਸਵਾਲ ਹੈਗਾ ਕਿ ਜਾਣਕਾਰੀ ਜਿਹੜੀ ਹੈਗੀ ਹੈ ਸਭ ਤੋਂ ਜ਼ਿਆਦਾ ਪਹਿਲੀ ਚੀਜ਼ ਜਿਹੜੀ ਹੈਗੀ ਆ, ਵੀ ਆਪਾਂ ਜਾਣਕਾਰੀ ਜੇ ਗਲਤ ਲੈ ਲਾਂਗੇ ਤੇ ਫਿਰ ਉਹਦਾ ਨੁਕਸਾਨ ਹੋ ਜਾਂਦਾ ਹੈਗਾ। ਜੇ ਆਪਾਂ ਸਹੀ ਜਾਣਕਾਰੀ ਲਵਾਂਗੇ ਤੇ ਫਿਰ ਆਪਾਂ ਸਹੀ ਰੋਕਥਾਮ ਕਰ ਸਕਦੇ ਹੈਗੇ ਆ। ਜੇ ਨਹੀਂ ਹੋਈ ਹੈਗੀ ਪਹਿਲਾਂ ਹੀ ਬਚਾ ਸਕਦੇ ਹੈਗੇ ਆ ਆਪਣੇ ਆਪ ਨੂੰ, ਤੇ ਜੇ ਹੋਈ ਹੈਗੀ ਹੈ ਤੇ ਫਿਰ ਸਹੀ ਸਲਾਹ ਲੈ ਕੇ ਕੰਪਲਿਕੇਸ਼ਨਸ ਤੋਂ ਆਪਾਂ ਬਚ ਸਕਦੇ ਹੈਗੇ ਆ। ਡਾਇਬੀਟੀਜ਼ ਦੀ ਬਿਮਾਰੀ ਜਿਹੜੀ ਹੈਗੀ ਆ ਸਾਰੇ ਹੀ ਕਮਿਊਨਿਟੀਜ਼ ਵਿੱਚ ਹੁੰਦੀ ਹੈਗੀ ਜਿਵੇਂ ਤੁਸੀਂ ਕਿਹਾ ਹੈਗਾ, ਪਰ ਕੁਝ ਕਮਿਊਨਿਟੀਜ਼ ਹੈਗੀਆਂ ਨੇ ਜਿਹੜੀਆਂ ਹਾਈ ਰਿਸਕ ਮੰਨੀਆਂ ਜਾਂਦੀਆਂ ਹੈਗੀਆਂ ਨੇ ਸ਼ੂਗਰ ਦੀ ਬਿਮਾਰੀ ਦੇ ਵਾਸਤੇ। ਤੇ ਸ਼ੂਗਰ ਦੀ ਬਿਮਾਰੀ ਆਪਣੀ ਕਮਿਊਨਿਟੀ ਜਿਹੜੀ ਹੈਗੀ ਆ, ਸਾਊਥ ਏਸ਼ੀਅਨ ਕਮਿਊਨਿਟੀ ਜਿਹੜੀ ਹੈਗੀ ਆ, ਉਹ ਖਾਸ ਤੌਰ ਤੇ ਉਹਨਾਂ ਵਿੱਚ ਜ਼ਿਆਦਾ ਪਾਈ ਜਾਂਦੀ ਹੈਗੀ ਆ। ਜੇ ਆਪਾਂ ਗੋਰਿਆਂ ਦੇ ਮੁਕਾਬਲੇ ਦੇਖੀਏ ਵਾਈਟਸ ਦੇ ਮੁਕਾਬਲੇ, ਤੇ ਅਬਾਊਟ ਡਬਲ ਉਹਨਾਂ ਦਾ ਰਿਸਕ ਹੁੰਦਾ ਆਪਣੇ ਸਾਊਥ ਏਸ਼ੀਅਨਸ ਦਾ ਗੋਰਿਆਂ ਦੇ ਮੁਕਾਬਲੇ, ਤੇ ਕਾਲਿਆਂ ਦੇ ਮੁਕਾਬਲੇ ਜਾਂ ਚਾਈਨੀਜ਼ ਦੇ ਮੁਕਾਬਲੇ ਵੀ ਕਾਫੀ ਜ਼ਿਆਦਾ ਹੈਗਾ ਆਪਣਾ ਜਿਹੜਾ ਰਿਸਕ ਹੈਗਾ। ਤੇ ਇਸ ਲਈ ਆਪਣੀ ਕਮਿਊਨਿਟੀ ਵਿੱਚ ਜਾਣਕਾਰੀ ਇਨਫੋਰਮੇਸ਼ਨ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਤੇ ਜਿੰਨੀ ਕੋਸ਼ਿਸ਼ ਹੋ ਸਕੇ
ਲੋਕਾਂ ਨੂੰ ਇਹ ਬਿਮਾਰੀ ਆਪਾਂ ਕੋਵਿਡ ਦੇ ਬਾਰੇ ਤਾਂ ਹੁਣ ਜਾਣਦੇ ਹੀ ਹੈਗੇ ਆ, ਅੱਛੀ ਜਾਣਕਾਰੀ ਮਿਲੀ ਹੈਗੀ ਆ। ਉਵੇਂ ਹੀ ਹੁਣ ਡਾਇਬੀਟੀਜ਼ ਨੂੰ ਵੀ ਸਾਨੂੰ ਜ਼ਰੂਰੀ ਹੈਗਾ ਵੀ ਆਪਾਂ ਨੈਸ਼ਨਲ ਤੌਰ ਤੇ, ਕਿਉਂਕਿ ਐਡੀ ਸਾਰੀ ਬਿਮਾਰੀ ਵਧੀ ਜਾ ਰਹੀ ਹੈਗੀ ਆ, ਵੀ ਆਪਾਂ ਉਹਨੂੰ ਵੀ ਨੈਸ਼ਨਲ ਤੌਰ ਤੇ ਜਿਹੜਾ ਹੈਗਾ ਇੱਕ ਤਰ੍ਹਾਂ ਨਾਲ ਸਾਹਮਣਾ ਕਰੀਏ ਤੇ ਉਹਨੂੰ ਵੀ ਹਰਾਉਣ ਦੀ ਕੋਸ਼ਿਸ਼ ਕਰੀਏ। ਸਰ, ਤੁਸੀਂ MP ਸੋਨੀਆ ਸਿੱਧੂ ਦੇ ਜਿਹੜੇ ਨਵੇਂ ਲਾਅ ਜਿਹੜਾ ਉਹਨਾਂ ਨੇ ਪੇਸ਼ ਕੀਤਾ ਉਹਦੀ ਗੱਲ ਕੀਤੀ ਸੀ ਕਿ ਫਰੇਮਵਰਕ ਜਿਹੜਾ ਇੱਕ ਤਿਆਰ ਕੀਤਾ ਜਾ ਰਿਹਾ ਵਾ। ਇਹ ਫਰੇਮਵਰਕ ਕੀ ਹੈ ਤੇ ਇਹਦਾ ਕੀ ਫਾਇਦਾ ਦੇਖਣ ਨੂੰ ਮਿਲੇਗਾ ਆਉਣ ਵਾਲੇ ਸਮੇਂ ਦੇ ਵਿੱਚ, ਜਿਹੜਾ ਤੁਸੀਂ ਕਿਹਾ ਕਿ ਲਾਅ ਬਣ ਚੁੱਕਿਆ? ਜੀ, ਸੋ ਉਹਦੇ ਵਿੱਚ ਆਫ ਕੋਰਸ ਨੈਸ਼ਨਲ ਫਰੇਮਵਰਕ ਜਿਹੜਾ ਹੈਗਾ ਹਲੇ ਪੂਰਾ ਅਗਲੇ ਸਾਲ ਤੱਕ ਬਣੇਗਾ ਕਿ ਕੀ ਹੋਏਗਾ ਉਹਦੇ ਵਿੱਚ, ਪਰ ਇਹ ਬੇਸਡ ਹੈਗਾ ਡਾਇਬੀਟੀਜ਼ ਕੈਨੇਡਾ, ਜਿਹੜੀ ਇੱਕ ਆਰਗੇਨਾਈਜੇਸ਼ਨ ਹੈਗੀ ਆ, ਚੈਰੀਟੇਬਲ ਆਰਗੇਨਾਈਜੇਸ਼ਨ ਹੈਗੀ ਆ, ਜਿਹਦੇ ਬਹੁਤ ਸਾਰੇ ਵੋਲੰਟੀਅਰ ਹੈਗੇ ਆ, ਉਹਨਾਂ ਵਿੱਚ ਮੈਂ ਵੀ ਇੱਕ ਵੋਲੰਟੀਅਰ ਹੈਗਾ, ਤੇ ਉਹ ਡਾਇਬੀਟੀਜ਼ ਕੈਨੇਡਾ ਦੇ ਇੱਕ ਫਰੇਮਵਰਕ ਤੇ ਬੇਸ ਹੋਏਗਾ। ਉਹ ਫਰੇਮਵਰਕ ਨੂੰ ਆਪਾਂ ਡਾਇਬੀਟੀਜ਼ 360 ਕਹਿੰਦੇ ਹੈਗੇ ਆ, 360 ਡਿਗਰੀ ਦਾ ਫਰੇਮਵਰਕ ਹੈਗਾ ਵੀ ਉਹਦੇ ਚੋਂ ਆਪਾਂ ਕਹਿੰਦੇ ਹੈਗੇ ਆ ਇੱਕ 90 ਡਿਗਰੀ ਜਿਹੜਾ ਹੈਗਾ ਉਹ ਹੈਗਾ ਕਿ ਜਿਨ੍ਹਾਂ ਨੂੰ ਜਿਵੇਂ ਤੁਸੀਂ ਕਿਹਾ ਹੈਗਾ ਕਿ ਸ਼ੂਗਰ ਦੀ ਬਿਮਾਰੀ ਦੇ ਬਾਰੇ ਜਾਣਕਾਰੀ ਦੇਣਾ, ਕਿ ਡਾਇਬੀਟੀਜ਼ ਕੀ ਹੁੰਦੀ ਹੈਗੀ ਆ, ਪ੍ਰੀ ਡਾਇਬੀਟੀਜ਼ ਕੀ ਹੁੰਦੀ ਹੈਗੀ, ਬਾਰਡਰਲਾਈਨ ਡਾਇਬੀਟੀਜ਼ ਕੀ ਹੁੰਦੀ ਹੈਗੀ ਆ, ਇਹ ਜਾਣਕਾਰੀ ਦੇਣਾ, ਤੇ ਉਸ ਤੋਂ ਬਚਿਆ ਕਿਵੇਂ ਜਾ ਸਕਦਾ ਹੈਗਾ ਇਹ ਜਾਣਕਾਰੀ ਦੇਣਾ। ਪ੍ਰੀਵੈਂਸ਼ਨ, ਜਿਵੇਂ ਤੁਸੀਂ ਕਿਹਾ ਹੈ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ, ਤੇ ਪ੍ਰੀਵੈਂਸ਼ਨ ਕਿਵੇਂ ਹੋ ਸਕਦੀ ਹੈਗੀ, ਰੋਕਥਾਮ ਕਿਵੇਂ ਹੋ ਸਕਦੀ ਹੈ ਇਸ ਬਿਮਾਰੀ ਦੀ, ਇਹ ਜਾਣਕਾਰੀ ਦੇਣਾ। ਜੀ, ਇਹਦੇ ਬਾਰੇ ਗੱਲ ਕਰਾਂਗੇ ਸੈਕੰਡ ਪੁਆਇੰਟ ਬਾਰੇ ਮੈਂ ਜਾਣਾਂਗੀ। ਪਹਿਲਾਂ ਇੱਕ ਦਰਸ਼ਕ ਜੁੜ ਗਏ ਨੇ, ਉਹਨਾਂ ਦਾ ਸਵਾਲ ਲੈ ਲਈਏ। ਸਤਿ ਸ੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ੍ਰੀ ਅਕਾਲ ਜੀ, ਟੀਵੀ ਦੀ ਆਵਾਜ਼ ਤੋਂ ਘੱਟ ਕਰ ਦਿਓ ਜੀ। ਮੁਆਫੀ ਚਾਹਾਂਗੇ, ਸਾਡੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਜਿਸ ਵੇਲੇ ਤੁਸੀਂ ਸਾਨੂੰ ਕਾਲ ਕਰਦੇ ਹੋ ਆਪਣੇ ਟੀਵੀ ਦੀ ਆਵਾਜ਼ ਨੂੰ ਘੱਟ ਕਰਕੇ ਜਾਂ ਸਾਈਡ ਤੇ ਹੋ ਕੇ ਪਹਿਲਾਂ ਫੋਨ ਤੇ ਸਾਡੇ ਨਾਲ ਗੱਲਬਾਤ ਕਰ ਲਿਆ ਕਰੋ ਤਾਂ ਕਿ ਤੁਹਾਡਾ ਸਵਾਲ ਸਾਨੂੰ ਸੁਣਾਈ ਦੇਵੇ। ਸਰ, ਸੈਕੰਡ ਪੁਆਇੰਟ ਦੀ ਤੁਸੀਂ ਗੱਲ ਕਰ ਰਹੇ ਸੀ, ਇੱਕ ਤਾਂ ਤੁਸੀਂ ਦੱਸ ਦਿੱਤਾ ਕਿ ਅਵੇਅਰਨੈਸ ਕ੍ਰੀਏਟ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਦੂਸਰਾ ਪੁਆਇੰਟ ਕੀ ਹੋਏਗਾ? ਦੂਸਰਾ ਹੈਗਾ ਵੀ ਆਪਾਂ ਨੂੰ ਪਤਾ ਲੱਗੇ ਕਿ ਸਾਡਾ ਰਿਸਕ ਕਿੰਨਾ ਹੈਗਾ, ਬਈ ਆਪਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਵੇ ਜੇ ਤੁਹਾਨੂੰ ਸ਼ੂਗਰ ਨਹੀਂ ਹੈਗੀ ਹੈ ਤੇ ਕਿੰਨਾ ਖਤਰਾ ਹੈਗਾ ਡਾਇਬੀਟੀਜ਼ ਹੋਣ ਦਾ, ਤੁਸੀਂ ਏਜ ਕਿੰਨੀ ਹੈਗੀ ਹੈ, ਮੋਟਾਪਾ ਕਿੰਨਾ ਹੈਗਾ, ਸਾਊਥ ਏਸ਼ੀਅਨ ਹੈਗੇ ਹੋ, ਫੈਮਿਲੀ ਹਿਸਟਰੀ ਹੈਗੀ ਹੈ ਕਿੰਨੀ ਹੈਗੀ ਹੈ, ਇਹ ਸਾਰੀਆਂ ਚੀਜ਼ਾਂ ਨਾਲ ਸਾਨੂੰ ਰਿਸਕ ਪਤਾ ਲੱਗ ਸਕਦਾ ਹੈਗਾ। ਤੇ ਨਾਲ ਸਟੇਟਸ ਕੀ ਹੈਗਾ, ਮਤਲਬ ਕਿ ਬਲੱਡ ਟੈਸਟ ਕਰਕੇ ਦੇਖੀਏ ਕਿ ਸ਼ੂਗਰ ਕਿਵੇਂ ਚੱਲ ਰਹੀ ਹੈਗੀ ਹੈ। ਇਹ ਸਾਰੀਆਂ ਚੀਜ਼ਾਂ ਦੇ ਨਾਲ ਆਪਾਂ ਪਤਾ ਕਰ ਸਕਦੇ ਹੈਗੇ ਆ ਵੀ ਜਾਂ ਤਾਂ ਕੁਐਸਚਨੇਅਰ ਕਰ ਸਕਦੇ ਹੈਗੇ ਆ, ਬਈ ਕੁਝ ਕੁਐਸਚਨ ਦੇ ਆਨਸਰ ਦਿੱਤੇ ਵੀ ਫੈਮਿਲੀ ਹਿਸਟਰੀ ਹੈਗੀ ਹੈ ਕਿ ਨਹੀਂ ਹੈਗੀ ਹੈ, ਬਾਕੀ ਸਾਰੀਆਂ ਚੀਜ਼ਾਂ ਉਹਦੇ ਨਾਲ ਪਤਾ ਲੱਗ ਗਿਆ, ਤੇ ਇੱਕ ਬਲੱਡ ਟੈਸਟ ਨਾਲ ਕਿ ਸ਼ੂਗਰ ਕਿੰਨੀ ਆ ਰਹੀ ਹੈਗੀ ਆ ਪਤਾ ਲੱਗ ਜਾਵੇ ਕਿ ਵੀ ਸ਼ੂਗਰ ਹੋਣ ਦਾ ਖਤਰਾ ਜਿਹੜਾ ਹੈਗਾ ਕਿੰਨਾ ਕੁ ਹੈਗਾ, ਤਾਂ ਕਿ ਉਸ ਹਿਸਾਬ ਨਾਲ ਜੇ ਖਤਰਾ ਜ਼ਿਆਦਾ ਹੈਗਾ ਤੇ ਪਹਿਲਾਂ ਹੀ ਆਪਾਂ ਉਹਦੇ ਵੱਲ ਜ਼ਿਆਦਾ ਧਿਆਨ ਦੇ ਸਕਦੇ ਹੈਗੇ ਆ। ਜਿਹੜੀ ਤੀਸਰੀ ਤੇ ਚੌਥੀ ਬਾਰੇ ਗੱਲ ਕਰਾਂਗੇ, ਦਰਸ਼ਕ ਜੁੜ ਗਏ ਨੇ ਇੱਕ ਹੋਰ। ਸਤਿ ਸ੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਜੀ, ਮੈਂ ਅਲਵਾੜਾ ਤੋਂ ਬੋਲਦਾ ਜੀ। ਜੀ ਸਰ, ਤਾਂ ਮੈਨੂੰ ਜਾਣਗੇ ਨਾ ਪੈਰ ਮੇਰੇ ਸੁੱਜ ਜਾਂਦੇ ਆ, ਡਾਇਬੀਟਿਕ ਆ, ਡਾਕਟਰ ਬਜਾਜ ਨਾਲ ਗੱਲ ਕਰੋਗੇ? ਜੀ ਬਿਲਕੁਲ, ਡਾਕਟਰ ਬਜਾਜ ਤੁਹਾਡਾ ਸਵਾਲ ਸੁਣ ਰਹੇ ਨੇ ਜੀ, ਦੱਸੋ ਕੀ ਸਵਾਲ ਹੈ ਤੁਹਾਡਾ? ਮੇਰਾ ਪੈਰ ਜਿਹੜੇ ਆ ਜਦੋਂ ਮੈਂ ਥੱਲੇ ਨੂੰ ਕਰਦਾ ਆ ਚੇਅਰ ਤੇ ਤਾਂ ਥੋੜੇ ਵਾਲੇ ਦੁੱਖ ਜਾਣਗੇ, ਸੁੱਜ ਜਾਂਦੇ ਆ, ਸਮਾਈਲਿੰਗ ਆ ਜਾਂਦੀ ਆ। ਓਕੇ, ਤੇ ਤੁਸੀਂ ਕੀ ਪੁੱਛਣਾ ਚਾਹੁੰਦੇ ਹੋ, ਡਾਇਬੀਟੀਜ਼ ਦੇ ਕਰਕੇ ਹੋ ਰਿਹਾ ਜਾਂ ਫਿਰ ਕੋਈ ਹੋਰ ਪ੍ਰੋਬਲਮ ਹੈ, ਤੁਸੀਂ ਇਹ ਪੁੱਛਣਾ ਚਾਹੁੰਦੇ ਹੋ? ਜੀ ਹਾਂਜੀ ਹਾਂਜੀ ਜੀ। ਡਾਕਟਰ ਬਜਾਜ, ਤੁਸੀਂ ਕੁਝ ਹੋਰ ਪੁੱਛਣਾ ਜਾਂ ਆਪਾਂ ਆਨਸਰ ਦਈਏ? ਜੀ, ਉਹਨਾਂ ਨੂੰ ਬਲੱਡ ਪ੍ਰੈਸ਼ਰ ਹੈਗਾ ਜਾਂ ਹਾਰਟ ਦੀ ਪ੍ਰੋਬਲਮ ਹੈਗੀ ਹੈ, ਕਿਡਨੀ ਦੀ ਪ੍ਰੋਬਲਮ ਹੈਗੀ ਹੈ? ਸਰ, ਤੁਹਾਨੂੰ ਕੋਈ ਹੋਰ ਪ੍ਰੋਬਲਮ ਹੈਗੀ ਹੈ, ਕੋਈ ਹਾਰਟ ਦੀ ਜਾਂ ਕੋਈ ਕਿਡਨੀ ਦੀ ਜਾਂ ਬੀਪੀ ਦੀ? ਨਹੀਂ, ਮੈਨੂੰ ਬੀਪੀ ਹੈਗਾ ਆ ਜਾਂ ਸ਼ੂਗਰ ਹੈ, ਡਾਇਬੀਟਿਕ ਆ, ਤੇ ਕਿਡਨੀ ਦੀ ਸੀਗੀ ਪਹਿਲਾਂ ਪ੍ਰੋਬਲਮ, ਕਿਡਨੀ ਦੇ ਵਿੱਚ ਜਾਣਗੇ ਮੇਰੀ ਟੈਸਟ ਹੋਇਆ, ਕਹਿੰਦੇ ਵੀ ਸਾਲ ਬਾਅਦ ਟੈਸਟ ਕਰਾਂਗੇ। ਕਿਡਨੀ ਦੇ ਵਿੱਚ ਪ੍ਰੋਬਲਮ ਸਰ ਆਈ ਹੈ, ਆਪਾਂ ਆਨਸਰ ਦਈਏ, ਕੁਝ ਪੁੱਛਣਾ ਹੋਰ? ਹਾਂਜੀ, ਨਹੀਂ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਸ਼ੁਕਰੀਆ, ਤੁਸੀਂ ਕਾਲ ਕੀਤੀ ਆ ਜੀ ਸਰ। ਜੀ, ਸੋ ਪੈਰ ਸੁੱਜਣ ਦਾ ਕਾਰਨ ਜਿਹੜਾ ਹੁੰਦਾ ਕਾਫੀ ਅਲੱਗ-ਅਲੱਗ ਚੀਜ਼ਾਂ ਹੋ ਸਕਦੀਆਂ ਨੇ, ਪਰ ਜੇ ਸ਼ੂਗਰ ਹੈਗੀ ਹੈ, ਬਲੱਡ ਪ੍ਰੈਸ਼ਰ ਹੈਗੀ ਹੈ ਤੇ ਕਿਡਨੀ ਦੀ ਪ੍ਰੋਬਲਮ ਹੈਗੀ ਹੈ ਤੇ ਇਹੀ ਉਹ ਸਾਰੇ ਕਾਰਨ ਜਿਹੜੇ ਹੈਗੇ ਨੇ ਹੋ ਸਕਦੇ ਹੈਗੇ ਨੇ। ਜਿਹੜੀ ਕਿਡਨੀ ਹੈਗੀ ਹੈ ਉਹ ਆਪਾਂ ਫਿਲਟਰ ਕਹਿ ਲਈਏ ਬੋਡੀ ਦਾ ਹੁੰਦਾ ਹੈਗਾ, ਤੇ ਜੇ ਉਹ ਫਿਲਟਰ ਠੀਕ ਨਾ ਕੰਮ ਕਰ ਰਿਹਾ ਹੋਵੇ ਤੇ ਉਹਦੇ ਕਰਕੇ ਵੀ ਪੈਰ ਸੁੱਜ ਜਾਂਦੇ ਆ, ਪਾਣੀ ਭਰ ਜਾਂਦਾ ਹੈਗਾ। ਇਹ ਕਾਰਨ ਹੋ ਸਕਦਾ ਹੈ ਜੇ ਕਿਡਨੀ ਠੀਕ ਨਹੀਂ ਹੈਗੀ ਹੈ ਪੂਰੀ, ਜਾਂ ਫਿਰ ਬਲੱਡ ਪ੍ਰੈਸ਼ਰ ਦੇ ਕਰਕੇ। ਬਲੱਡ ਪ੍ਰੈਸ਼ਰ ਦੀਆਂ ਕੁਝ ਦਵਾਈਆਂ ਵੀ ਹੈਗੀਆਂ ਨੇ ਜਿਨ੍ਹਾਂ ਦੇ ਕਰਕੇ ਪੈਰ ਸੁੱਜ ਸਕਦੇ ਹੈਗੇ ਨੇ ਐਜ਼ ਅ ਸਾਈਡ ਇਫੈਕਟ, ਤੇ ਜੇ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਲੈਂਦੇ ਹੈਗੇ ਨੇ ਕੁਝ, ਤੇ ਆਪਣੇ ਡਾਕਟਰ ਨਾਲ ਤੁਸੀਂ ਸਲਾਹ ਕਰ ਸਕਦੇ ਹੈਗੇ ਹੋ ਕਿ ਕੋਈ ਦਵਾਈ ਜੇ ਚੇਂਜ ਹੋ ਕੇ ਪੈਰ ਸੁੱਜਣਾ ਘੱਟ ਹੋ ਸਕਦਾ,
ਜਾਂ ਫਿਰ ਸ਼ੂਗਰ ਦੇ ਕਰਕੇ ਸ਼ੂਗਰ ਡਾਇਬੀਟੀਜ਼ ਜਿਹੜੀ ਹੈਗੀ ਆ ਉਹਦੇ ਕਰਕੇ ਵੀ ਪੈਰ ਕਈ ਵਾਰੀ ਸੁੱਜਦੇ ਹੈਗੇ ਨੇ। ਕਈ ਵਾਰੀ ਸਿਰਫ ਉਮਰ ਕਰਕੇ ਵੀ, ਮੈਂ ਉਮਰ ਨਹੀਂ ਪੁੱਛੀ ਹੈਗੀ ਆ, ਪਰ ਉਮਰ ਦੇ ਕਰਕੇ ਆਪਣੇ ਜਿਹੜੇ ਮਸਲ ਹੁੰਦੇ ਹੈਗੇ ਨੇ ਪੈਰਾਂ ਦੇ, ਜਿਹੜੇ ਆਪਾਂ ਪਿੰਨੀਆਂ ਕਹਿ ਲੈਂਦੇ ਹੈਗੇ ਆ, ਪਿੰਨੀਆਂ ਜਿਹੜੀਆਂ ਹੈਗੀਆਂ ਫਿਰ ਉਵੇਂ ਪੰਪ ਨਹੀਂ ਕਰਦੀਆਂ ਜਿਵੇਂ ਜਿਵੇਂ ਉਮਰ ਵੱਧਦੀ ਹੈਗੀ ਆ, ਤੇ ਉਹਦੇ ਕਰਕੇ ਵੀ ਪਾਣੀ ਜਿਹੜਾ ਹੈਗਾ ਆਪਾਂ ਕਹਿ ਦਈਏ ਭਰ ਜਾਂਦਾ ਹੈਗਾ ਪੈਰਾਂ ਦੇ ਵਿੱਚ ਜਾਂ ਲੱਤਾਂ ਦੇ ਵਿੱਚ। ਜੀ ਸਰ, ਨੈਕਸਟ ਕਾਲਰ ਸਾਡੇ ਨਾਲ ਜੁੜ ਕੇ ਨੇ, ਕਾਲ ਲੈ ਲਈਏ ਅਸੀਂ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਅਲਬਰਟਾ ਤੋਂ ਬੋਲ ਰਹੀ ਹਾਂ। ਮੈਂ ਵੀ ਆਪਣੇ ਬਾਰੇ ਪੁੱਛਣਾ, ਮੇਰੇ ਸੱਜੀ ਬੱਖੀ ਦੇ ਵਿੱਚ ਬਹੁਤ ਜ਼ਿਆਦਾ ਪੇਨ ਹੋ ਰਿਹਾ। ਮੈਂ 2 ਹਫ਼ਤੇ ਹੋ ਗਏ ਕੰਮ ਤੇ ਵੀ ਨਹੀਂ ਗਈ। ਮੈਂ ਹਸਪੀਟਲ ਵੀ ਚੈੱਕ ਕਰਾ ਲਿਆ ਤੇ ਉਹਨਾਂ ਨੇ ਅਲਟਰਾਸਾਊਂਡ ਕੀਤਾ, ਬਲੱਡ ਟੈਸਟ ਕੀਤੇ, ਕੁਛ ਨਹੀਂ ਆਇਆ। ਯਾਨੀ ਕਿ ਪੇਨ ਜਦੋਂ ਮੈਂ ਮੂੰਹ ਹੁੰਦੀ ਹਾਂ ਜਾਂ ਬੈਠ ਕੇ ਉੱਠਦੀ ਹਾਂ, ਪੇਨ ਬਹੁਤ ਜ਼ਿਆਦਾ ਹੋ ਰਹੀ ਹੈ। ਡਾਕਟਰ ਨੂੰ ਵੀ ਦਿਖਾਇਆ, ਅੱਜ ਵੀ ਗਈ ਸੀ ਡਾਕਟਰ ਦੇ। ਉਹ ਕਹਿੰਦਾ ਵੀ ਸ਼ਾਇਦ ਮਸਲ ਆ ਜਾਂ ਵੀ ਨਾੜ ਤੇ ਨਾੜ ਚੜ੍ਹਦੀ ਆ, ਵੀ ਪਤਾ ਨਹੀਂ ਮੈਨੂੰ ਹੁਣ। ਉਹ ਕਹਿੰਦਾ ਮੈਨੂੰ ਤਾਂ ਆਪ ਨਹੀਂ ਸਮਝ ਆ ਰਹੀ ਵੀ ਕੀ ਹੋ ਰਿਹਾ। ਵੀ ਮੈਨੂੰ ਵੈਸੇ ਡਾਇਬਟੀ ਵੀ ਆ ਤੇ BP ਵੀ ਆ ਤੇ ਕੋਲੈਸਟਰੋਲ ਵੀ ਆ, ਪਰ ਮੈਨੂੰ ਨਾਰਮਲ ਆ ਡਾਇਟ ਵੀ। ਸ਼ੂਗਰ ਵੀ ਮੈਨੂੰ 6.5 ਤੋਂ ਉੱਪਰ ਨਹੀਂ ਜਾਂਦੀ ਮੇਰੀ, ਤੇ ਕਦੇ ਵੀ ਮੈਂ ਬਲੱਡ ਟੈਸਟ ਕਰਵਾਉਣੀ ਆ ਤੇ ਕਦੇ ਵੀ ਮੈਨੂੰ ਜਾਨੀ BP ਮੇਰਾ ਵੱਧਦਾ ਥੋੜਾ ਜਿਹਾ। ਤੇ ਕੋਈ ਮੈਡੀਸਨ ਖਾਂਦੇ ਹੋ ਤੁਸੀਂ? ਠੀਕ ਹੈ ਜੀ, BP ਦੀ ਮੈਡੀਸਨ? BP ਦੀ ਵੀ ਕਰਨੀ ਹੈ, ਸ਼ੂਗਰ ਦੀ ਵੀ ਕਰਨੀ ਹੈ ਤੇ ਕੋਲੈਸਟਰੋਲ ਦੀ ਵੀ ਕਰਨੀ ਹੈ, ਪਰ ਕੋਲੈਸਟਰੋਲ ਤੇ ਸ਼ੂਗਰ ਮੇਰਾ ਕਦੇ ਹਾਈ ਨਹੀਂ ਗਿਆ ਹੈਗਾ ਦਵਾਈ ਦੇ ਖਾਣ ਦੇ ਬਾਵਜੂਦ ਵੀ। ਮੈਂ ਕੋਈ ਟੀਕਾ ਵਗੈਰਾ ਨਹੀਂ ਲਾਉਂਦੀ ਜੀ। 1 ਮਿੰਟ ਲਈ ਤੁਸੀਂ ਹੋਲਡ ਕਰਿਓ। ਡਾਕਟਰ ਬਜਾਜ, ਤੁਸੀਂ ਕੁਝ ਹੋਰ ਪੁੱਛਣਾ ਜਾਂ ਆਪਾਂ ਆਨਸਰ ਦਈਏ? ਸੋ ਬੱਖੀ ਵਿੱਚ ਕਹਿੰਦੇ ਦਰਦ ਹੁੰਦੀ ਹੈ? ਹਾਂਜੀ, ਬੱਖੀ ਦੇ ਵਿੱਚ, ਸੱਜੀ ਬੱਖੀ ਦੇ ਵਿੱਚ ਪੇਨ ਹੁੰਦਾ ਆ। ਸੋ ਅਲਟਰਾਸਾਊਂਡ ਤੇ ਬਲੱਡ ਟੈਸਟ ਦੇ ਵਿੱਚ ਕੁਝ ਵੀ ਨਹੀਂ ਆਇਆ। ਡਾਕਟਰ ਕਹਿ ਰਹੇ ਨੇ ਜਾਂ ਤਾਂ ਮਸਲ ਪੇਨ ਹੈ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਸ਼ੁਕਰੀਆ, ਤੁਸੀਂ ਕਾਲ ਕੀਤੀ ਹੈ। ਨੈਕਸਟ ਕਾਲਰ ਇੱਕ ਹੋਰ ਜੁੜ ਗਏ ਨੇ, ਉਹਨਾਂ ਦੇ ਵੀ ਅਸੀਂ ਕਾਲ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਸਰੀ ਤੋਂ ਬੋਲਦਾ ਜੀ। ਦੱਸੋ ਜੀ, ਕੀ ਪੁੱਛਣਾ? ਮੈਂ ਨਾ ਜਦੋਂ ਮੈਨੂੰ ਥਾਇਰਾਇਡ ਕੈਂਸਰ ਆ। ਥਾਇਰਾਇਡ ਕੈਂਸਰ? ਹਾਂਜੀ ਜੀ। ਤੇ ਮੈਂ ਟਰਮਾਡੋਲ ਗੋਲੀ ਖਾਂਦੀ ਆ। ਉਹ ਜਿੱਦਾਂ ਡਾਕਟਰ ਕਹਿੰਦੇ ਘੱਟ ਖਾ ਤੇ ਮੇਰੇ ਜਦੋਂ ਦਰਦ ਬਹੁਤ ਹੁੰਦੀਆਂ ਲੱਤਾਂ 'ਚ। ਤੇ ਕਹਿੰਦੇ ਕੋਈ ਹੋਰ ਪਰਾਮਰ ਪੈ ਸਕਦੀ ਆ। ਉਹ ਪੁੱਛਣਾ ਟਰਮਾਡੋਲ ਗੋਲੀ ਦਾ ਕੋਈ ਨੁਕਸਾਨ ਤਾਂ ਨਹੀਂ? ਕਿਹੜੀ ਗੋਲੀ ਦਾ ਤੁਸੀਂ ਕਹਿ ਰਹੇ ਹੋ? ਟਰਮਾਡੋਲ। ਟਰਮਾਡੋਲ, ਓਕੇ। ਹਾਂਜੀ, ਟਰਮਾਡੋਲ। ਜੀ ਸਰ, ਤੁਸੀਂ ਕੁਝ ਪੁੱਛਣਾ ਇਹਨਾਂ ਨੂੰ ਜਾਂ ਆਪਾਂ ਆਨਸਰ ਦਈਏ? ਮੈਨੂੰ ਸਵਾਲ ਸਮਝ ਨਹੀਂ ਆ। 1 ਮਿੰਟ ਲਈ ਮੈਮ, ਤੁਸੀਂ 1 ਮਿੰਟ ਹੋਲਡ ਕਰਿਓ ਜੀ। ਡਾਕਟਰ ਸਰ ਇਹ ਪੁੱਛ ਰਹੇ ਨੇ ਕਿ ਇਹਨਾਂ ਨੂੰ ਥਾਇਰਾਇਡ ਦਾ ਕੈਂਸਰ ਹੈ। ਇੱਕ ਪਰਮਾਨੈਂਟ ਗੋਲੀ ਖਾਂਦੇ ਨੇ, ਪਰ ਇਹਨਾਂ ਦੇ ਲੱਤਾਂ 'ਚ ਬਹੁਤ ਪੇਨ ਹੁੰਦੀ ਰਹਿੰਦੀ ਹੈ ਤੇ ਇਹ ਟਰਮਾਡੋਲ ਦੀ ਗੋਲੀ ਖਾਂਦੇ ਨੇ। ਡਾਕਟਰ ਇਹਨਾਂ ਨੂੰ ਕਹਿੰਦੇ ਨੇ ਕਿ ਨਾ ਖਾਓ, ਵੀ ਕੀ ਇਹਦਾ ਕੋਈ ਨੁਕਸਾਨ ਹੋ ਸਕਦਾ, ਕਿਉਂਕਿ ਇਹਨਾਂ ਦੇ ਪੇਨ ਬਹੁਤ ਹੁੰਦੀ ਹੈ ਲੱਤਾਂ ਦੇ ਵਿੱਚ, ਤਾਂ ਕਰਕੇ ਇਹਨਾਂ ਨੂੰ ਖਾਣੀ ਪੈਂਦੀ ਹੈ ਜੀ। ਓਕੇ ਜੀ, ਠੀਕ ਹੈ ਜੀ। ਤੁਹਾਡਾ ਇਹੀ ਸਵਾਲ ਹੈ ਨਾ, ਟੀਵੀ ਸਕਰੀਨ ਤੇ ਤੁਸੀਂ ਆਨਸਰ ਸੁਣ ਸਕਦੇ ਹੋ। ਥੈਂਕ ਯੂ, ਤੁਸੀਂ ਕਾਲ ਕੀਤੀ ਹੈ। ਓਕੇ ਜੀ। ਸਰ, ਪਹਿਲਾਂ ਜਿਨ੍ਹਾਂ ਦੀ ਕਾਲ ਆਈ ਸੀ ਅਲਬਰਟਾ ਤੋਂ, ਪੈਰ ਸੁੱਜਦੇ, ਇਹਨਾਂ ਦੇ ਆਪਾਂ ਰਿਪਲਾਈ ਕਰ ਦਿੱਤਾ। ਅਲਬਰਟਾ ਤੋਂ ਇਸ ਤੋਂ ਬਾਅਦ ਕਾਲ ਆਈ ਸੀ, ਉਹਨਾਂ ਨੇ ਕਿਹਾ ਸੀ ਸੱਜੀ ਬੱਖੀ 'ਚ ਉਹਨਾਂ ਦੇ ਪੇਨ ਹੁੰਦਾ, ਉਹਨਾਂ ਨੂੰ ਡਾਇਬਟੀਜ਼, ਉਹਨਾਂ ਨੂੰ BP ਦੀ ਤੇ ਕੋਲੈਸਟਰੋਲ ਦੀ ਪ੍ਰੋਬਲਮ ਹੈਗੀ ਹੈ ਤੇ ਇਹਨਾਂ ਦੀ ਮੈਡੀਸਨ ਵੀ ਖਾਂਦੇ ਆ, ਪਰ ਕਦੇ ਵੱਧਦਾ ਨਹੀਂ ਹੈ, ਕੰਟਰੋਲ 'ਚ ਰਹਿੰਦਾ ਆ। ਜੀ, ਜਿਵੇਂ ਉਹ ਡਿਸਕ੍ਰਾਈਬ ਕਰ ਰਹੇ ਸੀਗੇ ਵੀ ਆਪਾਂ ਜਦੋਂ ਮੂਵ ਕਰਦੇ ਹੈਗੇ, ਜਦੋਂ ਹਿਲਦੇ ਡੁਲਦੇ ਹੈਗੇ ਤਾਂ ਦਰਦ ਹੁੰਦੀ ਹੈਗੀ ਆ। ਤੇ ਉਹਦਾ ਮਤਲਬ ਇਹੀ ਹੈਗਾ ਕਿ ਜਾਂ ਤਾਂ ਮਸਲ ਵਿੱਚ ਪ੍ਰੋਬਲਮ ਹੈਗੀ ਹੈ, ਜਾਂ ਫਿਰ ਕੋਈ ਨਾੜ ਅਟਕੀ ਹੋਈ ਹੈਗੀ ਹੈ, ਬਲੌਕ ਹੋਈ ਹੈਗੀ ਹੈ, ਜਾਂ ਫਿਰ ਕੋਈ ਬੋਨ ਵਿੱਚ ਪ੍ਰੋਬਲਮ ਹੈਗੀ ਆ। ਨਾੜ ਵੀ ਅਨਲਾਈਕਲੀ ਹੈ, ਜ਼ਿਆਦਾਤਰ ਮਸਲ ਜਾਂ ਬੋਨ ਵਿੱਚ ਹੀ ਪ੍ਰੋਬਲਮ, ਦਰਦ ਜਿਹੜੀ ਹੈਗੀ ਆ ਉਹਦੇ ਕਰਕੇ ਹੋ ਰਹੀ ਹੈਗੀ ਆ। ਤੇ ਉਹਦੇ ਵਾਸਤੇ ਕੁਝ ਮਸਲ ਦੇ ਪੇਨ ਵਾਸਤੇ ਦਵਾਈਆਂ ਵਗੈਰਾ ਆਉਂਦੀਆਂ ਹੈਗੀਆਂ ਨੇ। ਤੁਸੀਂ ਡਾਕਟਰ ਨੂੰ ਕਹਿ ਸਕਦੇ ਹੈਗੇ ਮਸਲ ਰਿਲੈਕਸੈਂਟ ਵਗੈਰਾ ਤੁਹਾਨੂੰ ਦੇਣ। ਸ਼ੂਗਰ ਦੇ ਨਾਲ, ਬਲੱਡ ਪ੍ਰੈਸ਼ਰ ਦੇ ਨਾਲ ਜਾਂ ਕੋਲੈਸਟਰੋਲ ਦੇ ਨਾਲ ਐਵੇਂ ਦੀ ਬੱਖੀ ਵਿੱਚ ਪੇਨ ਨਹੀਂ ਹੁੰਦੀ ਹੈਗੀ। ਮਸਲ ਦੀ ਪ੍ਰੋਬਲਮ ਲੱਗ ਰਹੀ ਹੈਗੀ ਹੈ ਜਾਂ ਫਿਰ ਬੋਨ ਦੀ ਪ੍ਰੋਬਲਮ ਲੱਗ ਰਹੀ ਹੈਗੀ, ਜਿਵੇਂ ਉਹਨਾਂ ਨੇ ਕਿਹਾ ਹੈਗਾ, ਤੇ ਤੁਸੀਂ ਅਲਟਰਾਸਾਊਂਡ ਵਿੱਚ ਜਾਂ ਬਲੱਡ ਟੈਸਟ ਵਿੱਚ ਐਵੇਂ ਦਾ ਕੁਝ ਨਹੀਂ ਆਏਗਾ। ਤੇ ਮਸਲ ਦੀ ਰਿਲੈਕਸੈਂਟ ਦੀ ਗੋਲੀ ਲੈ ਸਕਦੇ ਹੈਗੇ ਉਹ ਡਾਕਟਰ ਤੋਂ ਕਹਿ ਕੇ, ਤੇ ਉਹਦੇ ਨਾਲ ਕੁਝ ਫਰਕ ਪੈ ਸਕਦਾ। ਜਾਂ ਫਿਰ ਐਕਸਰੇ ਮੇ ਵੀ ਕਰਾ ਲੈਣਾ ਚਾਹੀਦਾ ਹੈਗਾ। ਐਕਸਰੇ ਵਿੱਚ ਕਈ ਵਾਰੀ ਕੁਝ ਆ ਜਾਂਦਾ ਹੁੰਦਾ, ਐਕਸਰੇ ਜ਼ਰੂਰ ਕਰਾ ਲੈਣਾ ਚਾਹੀਦਾ ਹੈਗਾ ਜੀ। ਨੈਕਸਟ ਸਰੀ ਤੋਂ ਕਾਲ ਆਈ ਸੀ, ਜਿਨ੍ਹਾਂ ਨੇ ਕਿਹਾ ਸੀ ਟਰਮਾਡੋਲ ਦੀ ਗੋਲੀ ਉਹ ਖਾ ਸਕਦੇ ਨੇ ਕਿ ਨਹੀਂ, ਵੀ ਉਹਨਾਂ ਨੂੰ ਲੱਤਾਂ 'ਚ ਬਹੁਤ ਪੇਨ ਹੁੰਦੀ ਹੈ, ਡਾਕਟਰ ਕਹਿੰਦੇ ਨੇ ਕਿ ਨਾ ਖਾਓ, ਇਹਦਾ ਕੋਈ ਸਾਈਡ ਇਫੈਕਟ ਹੈ?
ਹਾਂਜੀ, ਤੇ ਇਹਦਾ ਥਾਇਰੋਇਡ ਕੈਂਸਰ ਦੇ ਨਾਲ ਕੋਈ ਰਿਲੇਟਡ ਨਹੀਂ ਹੈਗਾ ਵੀ ਲੱਤਾਂ 'ਚ ਪੇਨ ਦਾ। ਥਾਇਰੋਇਡ ਕੈਂਸਰ ਤਾਂ ਗਲੇ ਵਿੱਚ ਹੁੰਦਾ ਹੈਗਾ ਤੇ ਉਹ ਮੋਸਟਲੀ ਕੰਟਰੋਲ ਹੀ ਹੋ ਜਾਂਦਾ ਹੁੰਦਾ ਤੇ ਲੱਤਾਂ ਵਿੱਚ ਨਹੀਂ ਜਾਂਦਾ ਹੁੰਦਾ। ਲੱਤਾਂ ਦੀ ਪੇਨ ਜਿਹੜੀ ਹੈਗੀ ਆ ਉਹ ਬਿਲਕੁਲ ਡਿਫਰੈਂਟ ਹੈਗੀ ਆ। ਉਹਦਾ ਕਾਰਨ ਪਤਾ ਕਰਨਾ ਚਾਹੀਦਾ ਹੈਗਾ ਕਿ ਕਿਉਂ ਦਰਦ ਹੋ ਰਹੀ ਹੈਗੀ ਆ। ਆਪਾਂ ਐਵੇਂ ਟਰਾਮਾਡੋਲ ਦੀ ਗੋਲੀ ਜਾਂ ਕੋਈ ਵੀ ਗੋਲੀ ਦਰਦ ਦੀ ਖਾ ਰਹੇ ਹੈਗੇ ਆ ਤੇ ਆਫ ਕੋਰਸ ਸਾਈਡ ਇਫੈਕਟ ਹੁੰਦੇ ਹੈਗੇ ਨੇ ਲੌਂਗ ਟਰਮ ਜੇ ਆਪਾਂ ਖਾ ਰਹੇ ਹੈਗੇ ਆ। ਪਰ ਆਪਾਂ ਨੂੰ ਇਹ ਜ਼ਰੂਰੀ ਪਤਾ ਕਰਨਾ ਕਿ ਦਰਦ ਕਿਉਂ ਹੁੰਦੀ ਤਾਂ ਕਿ ਉਹਦਾ ਇਲਾਜ ਜਿਹੜਾ ਹੈਗਾ ਸਹੀ ਹੋ ਸਕੇ। ਲੱਤਾਂ ਦੀ ਦਰਦ ਦੀ ਕਾਰਨ ਬਹੁਤ ਹੋ ਸਕਦੇ ਨੇ। ਵਿਟਾਮਿਨ ਦੀ ਕਮੀ ਹੋ ਸਕਦੀ ਹੈ, ਆਇਰਨ ਦੀ ਕਮੀ ਹੋ ਸਕਦੀ ਹੈਗੀ ਆ, ਅਨੀਮੀਆ ਹੋ ਸਕਦਾ ਹੈਗਾ ਜਾਂ ਹੋਰ ਲੱਤਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਹੈਗੀਆਂ ਨੇ। ਤੇ ਇਸ ਲਈ ਪਤਾ ਕਰਨਾ ਜ਼ਰੂਰੀ ਵੀ ਬਿਮਾਰੀ ਹੈ ਕੀ ਤਾਂ ਕਿ ਉਹਦਾ ਸਹੀ ਇਲਾਜ ਹੋ ਸਕੇ। ਐਵੇਂ ਦਰਦ ਦੀ ਦਵਾਈ ਤਾਂ ਉਵੇਂ ਹੈਗੀ ਹੈ ਜਿਵੇਂ ਵੱਡਾ ਸਾਰਾ ਜ਼ਖਮ ਹੋਵੇ ਤੇ ਉੱਤੋਂ ਆਪਾਂ ਬੈਂਡੇਡ ਲਗਾ ਲਈਏ, ਬੈਂਡੇਡ ਨਾਲ ਉਹ ਜ਼ਖਮ ਠੀਕ ਨਹੀਂ ਹੋ ਜਾਣਾ ਹੈਗਾ। ਤੇ ਇਸ ਲਈ ਉਹਦਾ ਰੀਜ਼ਨ ਪਤਾ ਕਰਨਾ ਜ਼ਰੂਰੀ ਹੈ। ਜੀ ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਹੈਲੋ ਤਾਨ ਜੀ, ਮੈਂ ਦੁਬਾਰਾ ਕਾਲ ਕੀਤੀ ਹੈ। ਸਤਿ ਸ਼੍ਰੀ ਅਕਾਲ, ਮੈਂ ਅਲਬਲਟਾ ਤੋਂ ਬੋਲ ਰਹੀ। ਮੈਂ ਐਕਸਰੇ ਵੀ ਕਰਾ ਲਏ ਤੇ ਮੈਂ ਡਾਕਟਰ ਤੋਂ ਮਸਲ ਪੇਨ ਦੀਆਂ ਗੋਲੀਆਂ ਵੀ ਖਾਧੀਆਂ। ਉਹਦੇ ਨਾਲ ਵੀ ਮੈਨੂੰ ਕੋਈ ਆਰਾਮ ਨਹੀਂ ਆਇਆ। ਸਿਰਫ ਉਹ ਨੀਂਦ ਆ ਜਾਂਦੀ ਹੈ, ਉਹਨਾਂ ਚਿਰ ਠੀਕ ਰਹਿੰਦੀ ਹਾਂ। ਪਰ ਮੈਂ ਜਦੋਂ ਆਈਨ ਵੀ ਮੂੰਹ ਹੁੰਦੀ ਹੈ ਮੈਨੂੰ ਹਮੇਸ਼ਾ ਬੈਠੇ ਨੂੰ ਵੀ, ਮੈਨੂੰ ਸਾਹ ਲੈਂਦੇ ਨੂੰ ਵੀ ਹੋ ਹੀ ਜਾਂਦਾ ਪੇਨ। ਹੁਣ ਵੀ ਆਈਸ ਵੀ ਪੈਡ ਰੱਖਿਆ ਤੇ ਹੀਟ ਪੈਡ ਵੀ ਰੱਖਿਆ ਤੇ ਉਹਦੇ ਨਾਲ ਉਹਨਾਂ ਨਮ ਹੋ ਜਾਂਦਾ, ਉਹਨਾਂ ਚਿਰ ਠੀਕ ਰਹਿੰਦਾ। ਹੁਣ ਵੀ ਸਟਿਲ ਹੋ ਹੀ ਜਾਂਦਾ ਜਦ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ। ਬਿਲਕੁਲ ਜੀ। ਲੰਬਾ ਸਾਹ ਲੈਣ ਤੇ ਕਹਿੰਦੇ ਦਰਦ ਹੁੰਦਾ? ਲੰਬਾ ਸਾਹ ਲੈਣ ਤੇ ਵੀ ਤੁਹਾਨੂੰ ਪੇਨ ਹੁੰਦੀ ਹੈ ਜੀ? ਹਾਂਜੀ, ਲੰਬਾ ਸਾਹ ਲੈਣ ਉਹਨਾਂ ਨੂੰ ਵੀ ਮੈਂ ਦੱਸਿਆ ਹਸਪੀਟਲ ਨੂੰ ਵੀ ਤੇ ਹਾਂਜੀ ਉਹਨਾਂ ਨੇ ਇੱਕ ਹੋਰ ਕਿਹਾ ਹਸਪੀਟਲ ਜਾਣ ਨੂੰ ਵੀ, ਫੇਫੜੇ ਵਗੈਰਾ ਚੈੱਕ ਕਰਾਉਣ ਨੂੰ। ਤੇ ਉਹ ਹੁਣ ਮੈਂ ਜਾਣਾ ਸਵੇਰੇ ਤੇ ਦੇਖੋ ਹੁਣ ਉਹ 'ਚ ਕੀ ਆਉਂਦਾ। ਜੀ ਤੁਸੀਂ ਫਿਰ ਟੀਵੀ ਤੇ ਆਨਸਰ ਸੁਣ ਲਿਓ ਜੀ। ਸ਼ੁਕਰੀਆ ਤੁਸੀਂ ਕਾਲ ਕੀਤੀ ਹੈ। ਉਮੀਦ ਕਰਦੇ ਹਾਂ ਛੇਤੀ ਤੁਹਾਨੂੰ ਆਰਾਮ ਮਿਲੇ ਜੀ। ਡਾਕਟਰ ਬਜਾਜ ਜੀ ਬਿਲਕੁਲ। ਸੋ ਜੇ ਲੰਮਾ ਸਾਹ ਲੈਣ ਤੇ ਵੀ ਪ੍ਰੋਬਲਮ ਹੋ ਰਹੀ ਹੈਗੀ ਹੈ ਤੇ ਫੇਫੜਿਆਂ ਦੀ ਲੰਗਸ ਦੀ ਜਿਹੜੀ ਇੱਕ ਲਾਈਨਿੰਗ ਹੁੰਦੀ ਹੈਗੀ ਆ ਉਹਨੂੰ ਪਲੂਰਾ ਕਹਿੰਦੇ ਹੈਗੇ ਆ ਤੇ ਉਹਦੇ ਤੇ ਕਈ ਵਾਰੀ ਇਨਫੈਕਸ਼ਨ ਜਾਂ ਇਨਫਲੇਮੇਸ਼ਨ ਹੋ ਜਾਂਦੀ ਹੈਗੀ ਆ। ਤੇ ਇਹ ਕਾਰਨ ਹੋ ਸਕਦਾ ਹੈ ਕਿ ਵੱਖੀ ਵਿੱਚ ਪੇਨ ਹੁੰਦੀ, ਜਦੋਂ ਮੂਵ ਕਰੋ ਤਾਂ ਪੇਨ ਹੁੰਦੀ ਤੇ ਜੇ ਲੰਬਾ ਸਾਹ ਲਈਏ ਖਿੱਚੀਏ ਤਾਂ ਉਹਦੇ ਨਾਲ ਦਰਦ ਹੁੰਦੀ। ਤੇ ਉਹ ਫਿਰ ਫੇਫੜਿਆਂ ਦੀ ਜਾਂਚ ਨਾਲ ਪਤਾ ਲੱਗ ਸਕਦਾ ਹੈਗਾ ਕਿ ਪ੍ਰੋਬਲਮ ਕਿਉਂ ਹੈਗੀ ਹੈ। ਫਿਰ ਉਹਦੇ ਵਾਸਤੇ ਦਵਾਈ ਦਿੱਤੀ ਜਾ ਸਕਦੀ ਹੈਗੀ ਹੈ ਜੀ। ਤੇ ਸਰ ਆਪਾਂ ਜਿਵੇਂ ਗੱਲਬਾਤ ਕਰ ਰਹੇ ਸੀ ਡਾਇਬਟੀਜ਼ ਦੇ ਫਰੇਮਵਰਕ ਦੇ ਬਾਰੇ ਵਿੱਚ, ਤੁਸੀਂ ਦੱਸ ਰਹੇ ਸੀ ਕਿ ਆਉਣ ਵਾਲੇ ਸਮੇਂ ਵਿੱਚ ਕਿਹੜੀਆਂ ਚੀਜ਼ਾਂ ਉੱਤੇ ਧਿਆਨ ਦਿੱਤਾ ਜਾਏਗਾ? ਜੀ ਸੋ ਆਪਾਂ ਦੋ ਚੀਜ਼ਾਂ ਤਾਂ ਗਿਣਾਈਆਂ ਸੀਗੀਆਂ ਤਰਨਜੀਤ ਜੀ। ਆਪਾਂ ਤੀਸਰੀ ਚੀਜ਼ ਕਰੀਏ ਜਿਨ੍ਹਾਂ ਨੂੰ ਡਾਇਬਟੀਜ਼ ਹੈਗੀ ਆ, ਜਿਨ੍ਹਾਂ ਨੂੰ ਸ਼ੂਗਰ ਦੀ ਬਿਮਾਰੀ ਹੈਗੀ ਆ। ਸਾਨੂੰ ਪਤਾ ਹੈ ਕਿ ਬਿਮਾਰੀ ਤਾਂ ਖਤਮ ਨਹੀਂ ਹੁੰਦੀ ਹੈਗੀ ਆ, ਪਰ ਉਸ ਤੋਂ ਜਿਹੜੀਆਂ ਕੰਪਲਿਕੇਸ਼ਨ ਹੁੰਦੀਆਂ ਹੈਗੀਆਂ ਨੇ, ਜਿਵੇਂ ਕਿਡਨੀ ਦੀ ਪ੍ਰੋਬਲਮ ਹੋ ਜਾਂਦੀ ਹੈ ਜਾਂ ਹਾਰਟ ਦੀ ਪ੍ਰੋਬਲਮ ਹੋ ਜਾਂਦੀ ਹੈ, ਅੱਖਾਂ ਦੀ ਪ੍ਰੋਬਲਮ ਹੋ ਜਾਂਦੀ ਹੈਗੀ ਆ, ਅੱਖਾਂ ਅੰਨੀਆਂ ਹੋ ਜਾਂਦੀਆਂ ਨੇ, ਜਾਂ ਪੈਰਾਂ ਦੀ ਪ੍ਰੋਬਲਮ ਹੋ ਜਾਂਦੀ ਹੈਗੀ ਆ, ਪੈਰਾਂ ਵਿੱਚ ਦਰਦ ਹੁੰਦੀ ਹੈ ਜਾਂ ਕਈਆਂ ਦੇ ਪੈਰ ਕੱਟਣੇ ਵੀ ਪੈਂਦੇ ਹੈਗੇ ਨੇ। ਇਹ ਜਿਹੜੀਆਂ ਕੰਪਲਿਕੇਸ਼ਨਸ ਹੈਗੀਆਂ ਨੇ ਬਹੁਤ ਖਤਰਨਾਕ ਕੰਪਲਿਕੇਸ਼ਨਸ ਹੈਗੀਆਂ ਨੇ। ਤੇ ਇਹ ਫਰੇਮਵਰਕ ਵਿੱਚ ਇਹ ਕਿਹਾ ਜਾ ਰਿਹਾ ਹੈਗਾ ਵੀ ਡਾਇਬਟੀਜ਼ ਦੀਆਂ ਕੰਪਲਿਕੇਸ਼ਨ ਘਟਾਉਣ ਵਾਸਤੇ ਹੋਰ ਜਾਣਕਾਰੀ ਦਿੱਤੀ ਜਾਏਗੀ ਤੇ ਨਾਲ ਐਕਸੈਸ ਵਧਾਇਆ ਜਾਏਗਾ। ਵੀ ਆਪਾਂ ਜਾਣਦੇ ਹੈਗੇ ਆ ਜਿਵੇਂ 65 ਸਾਲ ਤੋਂ ਉੱਪਰ ਵਾਲਿਆਂ ਦੀ ਤਾਂ ਦਵਾਈਆਂ ਫ੍ਰੀ ਹੁੰਦੀਆਂ ਹੈਗੀਆਂ ਨੇ ਮੋਸਟ ਪ੍ਰੋਵਿੰਸਿਸ ਵਿੱਚ। ਪਰ 65 ਸਾਲ ਤੋਂ ਜਿਹੜੇ ਘੱਟ ਹੈਗੇ ਨੇ, ਜੇ ਉਹਨਾਂ ਕੋਲ ਐਮਪਲੋਇਰ ਤੋਂ ਆਪਣੇ ਕੰਮ ਵਾਲਿਆਂ ਤੋਂ ਕੋਈ ਇੰਸ਼ੋਰੈਂਸ ਹੈਗੀ ਆ ਤਾਂ ਉਹ ਕਵਰ ਕਰਦੀਆਂ, ਪਰ ਕਈਆਂ ਦੀ ਇੰਸ਼ੋਰੈਂਸ ਨਹੀਂ ਹੁੰਦੀ ਹੈਗੀ ਆ। ਤੇ ਐਕਸੈਸ ਵਧਾਇਆ ਜਾਏਗਾ ਦਵਾਈਆਂ ਵਾਸਤੇ ਤਾਂ ਕਿ ਬਿਹਤਰ ਦਵਾਈਆਂ ਜਿਹੜੀਆਂ ਹੈਗੀਆਂ ਦਿੱਤੀਆਂ ਜਾਣ। ਇਹ ਗੱਲ ਹੈਗੀ ਆ। ਤੇ ਚੌਥੀ ਜਿਹੜੀ ਗੱਲ ਹੈਗੀ ਆ, ਓਵਰਆਲ ਉਹਨਾਂ ਦੀ ਹੈਲਥ ਤੇ ਵੈਲਨੈਸ ਤੇ ਧਿਆਨ ਦਿੱਤਾ ਜਾਏਗਾ। ਵੀ ਆਪਾਂ ਕਹਿ ਲਈਏ ਵੀ ਸਿਰਫ ਸ਼ੂਗਰ ਦੇ ਬਾਰੇ ਨਹੀਂ, ਪਰ ਬਲੱਡ ਪ੍ਰੈਸ਼ਰ, ਕੋਲੈਸਟਰੋਲ, ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਇੱਕ ਤਰ੍ਹਾਂ ਨਾਲ ਧਿਆਨ ਦਿੱਤਾ ਜਾਏਗਾ ਤਾਂ ਕਿ ਉਹ ਆਪਣੀ ਹੈਲਥ ਜਿਹੜੀ ਹੈਗੀ ਆ ਮੇਨਟੇਨ ਕਰ ਸਕਣ। ਜੀ। ਤੇ ਸਰ ਰਿਸਰਚ ਦੀ ਜੇ ਗੱਲ ਕੀਤੀ ਜਾਵੇ, ਇਨਸੂਲਿਨ ਤੋਂ ਬਾਅਦ ਕੋਈ ਖਾਸ ਜਿਹੜੀਆਂ ਰਿਸਰਚਸ ਸਾਹਮਣੇ ਨਹੀਂ ਆਈਆਂ ਕਿ ਰਿਸਰਚਸ ਵਾਕਈ ਇਹਦੇ ਉੱਤੇ ਹੋ ਰਹੀਆਂ ਨੇ? ਕਿਉਂਕਿ ਡਾਇਬਟੀਜ਼ ਇੱਕ ਅਜਿਹੀ ਚੀਜ਼ ਆ ਕਿ ਤੁਸੀਂ ਮੈਡੀਸਨਸ ਤੇ ਲੱਗ ਜਾਂਦੇ ਹੋ ਕਿ ਪੂਰੀ ਉਮਰ ਲਈ ਤੁਸੀਂ ਮੈਡੀਸਨਸ ਖਾਓ, ਉਹਨੂੰ ਕੰਟਰੋਲ ਵਿੱਚ ਕਰ ਸਕਦੇ ਹੋ, ਆਪਣੀ ਡਾਇਟ ਨੂੰ ਤੁਸੀਂ ਕੰਟਰੋਲ 'ਚ ਰੱਖੋ। ਪਰ ਇਹਦੇ ਬਾਰੇ ਕੀ ਨਵੀਆਂ ਕੋਈ ਖੋਜਾਂ ਹੋ ਰਹੀਆਂ ਨੇ ਜਾਂ ਇਸ ਨੂੰ ਕੰਟਰੋਲ ਕਰਨ ਲਈ ਹੋਰ ਕੀ ਕੀਤਾ ਜਾ ਰਿਹਾ ਵਾ? ਜੀ ਬਿਲਕੁਲ, ਬਹੁਤ ਤਰ੍ਹਾਂ ਦੀਆਂ ਖੋਜਾਂ ਰਿਸਰਚ ਹੋ ਰਹੀ ਹੈਗੀ ਹੈ ਤਰਨਜੀਤ ਜੀ। ਜੇ ਆਪਾਂ 100 ਸਾਲ ਪਹਿਲਾਂ ਦੀ ਗੱਲ ਕਰੀਏ ਤੇ ਜਦੋਂ ਡਾਇਬਟੀਜ਼ ਹੁੰਦੀ ਸੀਗੀ ਤੇ ਉਹ ਲਾ ਇਲਾਜ ਹੁੰਦੀ ਸੀਗੀ, ਕੋਈ ਦਵਾਈ ਨਹੀਂ ਹੁੰਦੀ ਸੀਗੀ। ਤੇ ਇਨਸੂਲਿਨ ਦੀ ਖੋਜ ਨੇ ਤੇ ਫਿਰ ਹੋਰ ਦਵਾਈਆਂ ਜਿਵੇਂ ਮੈਟਫੋਰਮਿਨ ਤੇ ਹੋਰ ਦਵਾਈਆਂ ਦੀ ਖੋਜ ਨੇ ਇਹ ਲਾ ਇਲਾਜ ਬਿਮਾਰੀ ਨੂੰ ਕ੍ਰੋਨਿਕ ਡਿਜ਼ੀਜ਼ ਬਣਾਤਾ ਹੈਗਾ। ਵੀ ਜਿਹਦਾ ਆਪਾਂ ਇਲਾਜ ਕਰ ਲਈਏ ਤੇ ਉਹ ਨੁਕਸਾਨ ਨਹੀਂ ਕਰਦੀ ਹੈਗੀ ਹੈ, ਜੇ ਇਲਾਜ ਨਹੀਂ ਸਹੀ ਹੋਵੇ ਤਾਂ ਨੁਕਸਾਨ ਕਰਦੀ ਹੈਗੀ ਹੈ। ਇਹੋ ਜਿਹੀ ਬਿਮਾਰੀ ਬਣਾਤਾ ਹੈਗਾ। ਗੱਲ ਕਰਾਂਗੇ ਇਹਦੇ ਬਾਰੇ ਜੀ। ਗੱਲ ਕਰਾਂਗੇ ਸਰ। ਇੱਕ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਬਾਰਾ ਸਿੰਘ ਬੋਲ ਰਿਹਾ ਜੀ। ਜੀ।
ਇੱਕ ਬਿਲਕੁਲ ਤੋਂ ਹਾਂਜੀ ਹਾਂਜੀ ਦੱਸੋ ਜੀ ਕੀ ਸਵਾਲ ਹੈ। ਮੇਰਾ ਜੀ ਇੱਕ ਤੇ ਕੰਨਾਂ ਵਿੱਚ ਛਾਂ ਬਹੁਤ ਹੁੰਦੀ ਹੈ ਹੂੰ ਔਰ ਦੂਜਾ ਮੈਨੂੰ ਇਹ ਕਿਡਨੀ ਦਾ ਕਿਹਾ ਵੀ ਤੇਰੀ ਕਿਡਨੀ ਦੇ ਭਾਰ ਡਿਫੈਕਟ ਪੈਂਦਾ ਪਿਆ। ਕਿਡਨੀ 'ਚ ਡਿਫੈਕਟ ਪੈ ਰਿਹਾ। ਤੀਜਾ ਜੇ ਮੈਂ ਬਲੱਡ ਪ੍ਰੈਸ਼ਰ ਹੀ ਮੇਰਾ ਠੀਕ ਹੈ। ਹੂੰ ਸ਼ੂਗਰ ਜਿਹੜੀ ਹੈ ਕੋਈ ਕਦੇ ਵੱਧ ਜਾਵੇ ਜਦੋਂ ਮੈਂ ਮਿੱਠਾ ਮੁੱਠਾ ਖਾ ਲਵਾਂਗੀ ਤੇ ਬਿਲਕੁਲ ਸ਼ੂਗਰ ਕੰਟਰੋਲ ਵਿੱਚ ਹੈ। ਜੀ ਤੇ ਤੁਹਾਨੂੰ ਕਿਡਨੀ ਡਿਫੈਕਟ ਦੀ ਗੱਲ ਕਿਉਂ ਆਖੀ ਗਈ ਹੈ, ਤੁਹਾਨੂੰ ਕੋਈ ਪ੍ਰੋਬਲਮ ਹੈ ਇਹਦੇ ਬਾਰੇ? ਨਹੀਂ ਮੈਂ ਟੈਸਟ ਕਰਾਇਆ ਤੇ ਡਾਕਟਰ ਨੇ ਮੈਨੂੰ ਕਿਹਾ ਵੀ ਕਿ ਮੈਂ ਕੱਲ ਵੀ ਬੜੇ ਹਸਪਤਾਲ ਵਿੱਚ ਪਿੰਡਾਂ ਵੀ ਗਿਆ ਤੇ ਇੱਕ ਵਾਲੇ ਵਿੱਚ ਵੀ 2 ਪੈਸੇ ਸੀ ਮੇਰੀਆਂ। ਹੂੰ ਕੀ ਡਾਕਟਰ ਸਵਾਲ ਸਾਹਿਬ ਕੀ ਨੇ- ਹੈ? ਬੇਟਾ ਮੇਰਾ ਜਰਾ ਜੀ ਡਾਕਟਰ ਸਾਹਿਬ ਨੇ ਦੱਸਿਆ ਕੀ ਹੈ ਜੀ, ਤੁਹਾਨੂੰ ਕੀ ਪ੍ਰੋਬਲਮ ਦੱਸੀ ਹੈ, ਕੀ ਬਿਮਾਰੀ ਦੱਸੀ ਹੈ ਉਹਨਾਂ ਨੇ? ਬਸ ਉਹ ਤੇ ਰਿਪੋਰਟ ਭੇਜ ਗਏ ਨੇ ਤੇ ਡਾਕਟਰ ਕੋਲ। ਤੇ ਤੁਹਾਡਾ ਇਹੀ ਸਵਾਲ ਹੈ ਕਿ ਤੁਹਾਨੂੰ ਕੰਨਾਂ ਵਿੱਚ ਜਿਹੜੀ ਆਵਾਜ਼ ਛਾਂ ਦੀ ਸੁਣਾਈ ਦਿੰਦੀ ਹੈ? ਹਾਂ ਬਹੁਤ ਜ਼ਿਆਦਾ ਜੇ ਮੈਂ ਰਾਤ ਸੌ ਨਹੀਂ ਸਕਦਾ। ਜੀ ਡਾਕਟਰ ਬਜਾਜ ਕੁਝ ਤੇ ਫਿਰ ਪੁੱਛਣਾ ਉਹ ਚਾਹੁੰਦੇ ਹੋ ਤੇ ਆਪਾਂ ਲੱਕ ਦਰਦ ਕਰਦਾ ਤੇ ਹੁਣ ਪੈਰ ਮੇਰੇ ਸੁੱਜਣੇ ਸ਼ੁਰੂ ਹੋ ਗਏ ਨੇ। ਲੱਕ ਵੀ ਦਰਦ ਕਰਦਾ ਤੇ ਪੈਰ ਵੀ ਸੁੱਜਣੇ ਸ਼ੁਰੂ ਹੋ ਗਏ ਨੇ। ਹਾਂਜੀ ਜੀ ਤੁਹਾਨੂੰ ਡਾਕਟਰ ਉਹ ਸਾਹਿਬ ਮੇਰੀ- ਜੀ ਤੁਹਾਨੂੰ ਡਾਕਟਰ ਸਾਹਿਬ ਨੇ ਕਿਹਾ, ਡਾਕਟਰ ਨੇ ਕਿਸੇ ਨੇ ਕਿਹਾ ਕਿ ਤੁਹਾਡੇ ਕਿਡਨੀ ਵਿੱਚ ਪ੍ਰੋਬਲਮ ਹੋਣੀ ਸ਼ੁਰੂ ਹੋ ਰਹੀ ਹੈ? ਮੇਰੇ ਫੈਮਿਲੀ ਡਾਕਟਰ ਨੇ ਕਿਹਾ ਵੀ ਮੈਂ ਟੈਸਟ ਕਰਾਇਆ ਨਾ ਖੂਨ ਟੈਸਟ ਕਰਾਇਆ ਤੇ ਉਹ ਕਹਿੰਦੀ ਵੀ ਕੇਅਰ ਕਰ ਤੂੰ ਤੇਰੇ ਕਿਡਨੀ ਵਿੱਚ ਡਿਫੈਕਟ ਪੈਂਦਾ ਪਿਆ। ਓਕੇ ਠੀਕ ਹੈ ਜੀ ਸਰ। ਉਮਰ ਕਿੰਨੀ ਤੁਹਾਨੂੰ ਹੈਗੀ ਹੈ? ਤੁਹਾਡੀ ਉਮਰ ਕਿੰਨੀ ਹੈ ਜੀ? ਉਮਰ ਮੇਰੀ 90 ਕੁ ਸਾਲ ਹੈ ਜੀ, ਤੁਸੀਂ ਕਹਿ ਨਹੀਂ ਸਕਦੇ ਮੈਨੂੰ। 90 ਸਾਲ ਦੇ ਅਰਾਊਂਡ ਸਰ। ਜੀ ਠੀਕ ਹੈ ਜੀ ਤੁਸੀਂ 1929 ਦਾ ਜਨਮ ਹੈ ਜੀ ਮੇਰਾ। ਹਾਂਜੀ ਠੀਕ ਹੈ ਜੀ, ਤੁਸੀਂ ਟੀਵੀ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ, ਤੁਸੀਂ ਕਾਲ ਕੀਤੀ ਹੈ, ਪ੍ਰੋਗਰਾਮ ਦੇਖਣ ਲਈ ਸ਼ੁਕਰੀਆ। ਤੁਸੀਂ ਟੀਵੀ ਤੇ ਸੁਣ ਲਿਓ ਜੀ ਆਨਸਰ। ਓਕੇ ਜੀ, ਓਕੇ ਬੇਟਾ। ਓਕੇ ਜੀ ਜੀ ਸਰ। ਜੀ ਸੋ ਕੰਨਾਂ ਦੀ ਜਿਹੜੀ ਗੱਲ ਕਰ ਰਹੇ ਸੀਗੇ ਉਹ ਸ਼ੂਗਰ ਦੇ ਕਰਕੇ ਕੰਨਾਂ ਵਿੱਚ ਨੁਕਸ ਨਹੀਂ ਹੁੰਦਾ ਹੈਗਾ, ਨਾ ਕਿ ਕਿਡਨੀ ਦੇ ਕਰਕੇ ਵੀ ਕੰਨਾਂ ਵਿੱਚ ਕੋਈ ਨੁਕਸ ਨਹੀਂ ਹੁੰਦਾ ਹੈਗਾ। ਮੇਰਾ ਖਿਆਲ ਉਮਰ ਦੇ ਨਾਲ ਕੰਨਾਂ ਵਿੱਚ ਕਈ ਵਾਰੀ ਡਿਫੈਕਟ ਆ ਜਾਂਦਾ ਹੈਗਾ। ਤੇ ਕੰਨਾਂ ਦੇ ਸਪੈਸ਼ਲਿਸਟ ਜਿਹੜੇ ਹੁੰਦੇ ਹੈਗੇ ਨੇ ਜਿਨ੍ਹਾਂ ਨੂੰ ਆਪਾਂ ENT ਸਪੈਸ਼ਲਿਸਟ ਕਹਿੰਦੇ ਹੈਗੇ ਉਹਨਾਂ ਨੂੰ ਦਿਖਾਉਣਾ ਚਾਹੀਦਾ ਹੈਗਾ। ਕਈ ਵਾਰੀ ਕੰਨਾਂ ਵਿੱਚ ਪਾਣੀ ਭਰਿਆ ਹੁੰਦਾ ਹੈ ਜਾਂ ਇਨਫਲੇਮੇਸ਼ਨ ਹੋਈ ਹੁੰਦੀ ਹੈਗੀ ਆ, ਜਿਹਦੇ ਕਰਕੇ ਫਿਰ ਐਵੇਂ ਛਾਂ ਹੁੰਦੀ ਹੈਗੀ ਆ। ਕਈ ਵਾਰੀ ਪਰਦੇ ਵਿੱਚ ਡਿਫੈਕਟ ਹੁੰਦਾ ਹੈਗਾ ਕੰਨਾਂ ਦੇ, ਤੇ ਇਸ ਲਈ ਕੰਨਾਂ ਦੇ ਡਾਕਟਰ ਜਿਹੜੇ ਹੈਗੇ ਨੇ ਉਹਨਾਂ ਨੂੰ ENT ਨੂੰ ਫੈਮਿਲੀ ਡਾਕਟਰ ਨੂੰ ਕਹਿ ਕੇ ਰਿਫਰ ਕਰਾ ਸਕਦੇ ਹੈਗੇ ਨੇ ਜੇ ਕੰਨਾਂ ਦੀ ਪ੍ਰੋਬਲਮ ਹੈਗੀ ਆ। ਤੇ ਇਹ ਨਹੀਂ ਕਹਿ ਸਕਦੇ ਵੀ ਆਪਾਂ ਸ਼ੂਗਰ ਦੇ ਵਜ੍ਹਾ ਨਾਲ ਹੋ ਰਿਹਾ ਜਾਂ ਕਿਡਨੀ ਦੀ ਵਜ੍ਹਾ ਨਾਲ ਹੋ ਰਿਹਾ, ਉਹਦੇ ਨਾਲ ਰਿਲੇਟਡ ਨਹੀਂ ਹੈਗਾ। ਜੀ ਤੇ ਇਹ ਸਰ ਆਪਾਂ ਗੱਲ ਕਰ ਰਹੇ ਸੀ, ਉਸ ਤੋਂ ਬਾਅਦ ਤੁਸੀਂ ਦੱਸ ਰਹੇ ਸੀ ਕਿ ਜਿਹੜੀਆਂ ਨਵੀਆਂ ਖੋਜਾਂ ਨੇ, ਜਿਹੜੀਆਂ ਜਿਵੇਂ ਮੈਡੀਸਿਨਸ ਆਉਣੀਆਂ ਸ਼ੁਰੂ ਹੋਈਆਂ ਨੇ, ਤਾਂ ਇਹਨਾਂ ਨੇ ਡਾਇਬੀਟੀਜ਼ ਨੂੰ ਲਾਇਲਾਜ ਤੋਂ ਇੱਕ ਕ੍ਰੋਨਿਕ ਡਿਜ਼ੀਜ਼ ਜਿਹੜਾ ਹੈ ਉਹ ਬਣਾ ਦਿੱਤਾ ਹੈ। ਜੀ ਤੇ ਆਪਾਂ ਪਿਛਲੇ 10-15 ਸਾਲਾਂ ਵਿੱਚ ਬਹੁਤ ਜ਼ਿਆਦਾ ਇੱਕ ਤਰ੍ਹਾਂ ਨਾਲ ਸ਼ੂਗਰ ਦੀ ਬਿਮਾਰੀ ਦੇ ਵਿੱਚ ਨਵੀਆਂ ਰਿਸਰਚ ਹੋਈਆਂ ਹੈਗੀਆਂ ਨੇ, ਜਿਹਦੇ ਵਿੱਚ ਸਪੈਸ਼ਲੀ ਜੇ ਆਪਾਂ ਹਾਰਟ ਤੇ ਕਿਡਨੀ ਦੀ ਕੰਪਲਿਕੇਸ਼ਨ ਦੀ ਗੱਲ ਕਰੀਏ ਤੇ ਉਹਨਾਂ ਨੂੰ ਕਿਵੇਂ ਹੋਰ ਘਟਾਇਆ ਜਾ ਸਕਦਾ ਹੈਗਾ ਤਾਂ ਕਿ ਹਾਰਟ ਬਚਿਆ ਰਵੇ ਤੇ ਕਿਡਨੀ ਵੀ ਪ੍ਰੋਟੈਕਸ਼ਨ ਰਵੇ। ਇਹਦੇ ਤੇ ਬਹੁਤ ਜ਼ਿਆਦਾ ਰਿਸਰਚ ਹੋਈ ਹੈਗੀ ਆ। ਪਿਛਲੇ ਮਹੀਨੇ ਇੱਕ ਕਾਨਫਰੰਸ ਹੈਗੀ ਸੀ, ਅਮਰੀਕਨ ਡਾਇਬੀਟੀਜ਼ ਐਸੋਸੀਏਸ਼ਨ ਦੀ ਕਾਨਫਰੰਸ ਹੁੰਦੀ ਹੈ, ਹਰ ਸਾਲ ਹੁੰਦੀ ਹੈਗੀ ਆ। ਤੇ ਉਹਦੇ ਵਿੱਚ ਪੂਰੇ ਵਰਲਡ ਦੇ ਜਿਹੜੇ ਰਿਸਰਚਰ ਹੈਗੇ ਨੇ, ਡਾਇਬੀਟੀਜ਼ ਦੇ ਸਪੈਸ਼ਲਿਸਟ ਹੈਗੇ ਨੇ, ਉਹ ਹਿੱਸਾ ਲੈਂਦੇ ਹੈਗੇ ਨੇ। ਤੇ ਉਹਦੇ ਵਿੱਚ ਕਾਨਫਰੰਸ ਵਿੱਚ ਇੱਕ ਸਟੱਡੀ ਹੈਗੀ ਸੀ ਜਿਹੜੀ US ਦੀ ਗਵਰਨਮੈਂਟ ਏਜੰਸੀ ਜਿਹੜੀ ਹੈਗੀ ਆ, ਨੈਸ਼ਨਲ ਏਜੰਸੀ ਜਿਹੜੀ ਹੈਗੀ ਆ, ਉਹਨਾਂ ਨੇ ਉਹ ਸਟੱਡੀ ਕੀਤੀ ਸੀਗੀ ਵੀ ਦੇਖਣ ਵਾਸਤੇ ਕਿ ਜਿਹੜੀ ਨਵੀਂ ਦਵਾਈ ਹੈਗੀ ਆ, ਜਿਹੜਾ ਇੱਕ ਇੰਜੈਕਸ਼ਨ ਹੁੰਦਾ ਜਿਹੜਾ ਹਫ਼ਤੇ ਵਿੱਚ ਇੱਕ ਵਾਰੀ ਲੱਗਦਾ ਹੈਗਾ, ਇਨਸੂਲਿਨ ਦਾ ਇੰਜੈਕਸ਼ਨ ਨਹੀਂ ਹੈਗਾ, ਉਹ ਡਿਫਰੈਂਟ ਦਵਾਈ ਹੈਗੀ ਆ, ਉਹਦੇ ਨਾਲ ਦੇਖਿਆ ਗਿਆ ਹੈਗਾ ਕਿ ਹਾਰਟ ਦੀ ਬਿਮਾਰੀ ਦੀ ਪ੍ਰੋਟੈਕਸ਼ਨ ਜਿਹੜੀ ਹੈਗੀ ਸਭ ਤੋਂ ਵੱਧ ਹੈਗੀ ਆ ਮੁਕਾਬਲੇ ਜੇ ਆਪਾਂ ਇਨਸੂਲਿਨ ਦੀ ਗੱਲ ਕਰ ਲਈਏ ਜਾਂ ਹੋਰ ਗੋਲੀਆਂ ਦੀ ਗੱਲ ਕਰ ਲਈਏ। ਤੇ ਇਹ ਜਿਹੜੀ ਹਫ਼ਤੇ ਵਿੱਚ ਇੱਕ ਵਾਰੀ ਇੰਜੈਕਸ਼ਨ ਲੱਗਦੇ ਹੈਗੇ ਨੇ, ਹਾਰਮੋਨ ਦੇ ਜਿਹੜੇ ਹੈਗੇ ਨੇ ਆਪੇ ਹੀ ਲਗਾਉਣੇ ਹੁੰਦੇ ਨੇ, ਹਲਕੀ ਜਿਹੀ ਸੂਈ ਹੁੰਦੀ ਹੈ, ਜਿਵੇਂ ਇਨਸੂਲਿਨ ਲੋਕੀ ਆਪੇ ਲਗਾਉਂਦੇ ਨੇ ਉਵੇਂ ਦੇ ਹੀ ਸੂਈ ਹੁੰਦੀ ਹੈਗੀ ਆ, ਪਰ ਉਹ ਇਨਸੂਲਿਨ ਨਹੀਂ ਹੁੰਦਾ ਹੈਗਾ। ਤੇ ਉਹਦਾ ਹਾਰਟ ਦੇ ਨਾਲ ਹਾਰਟ ਦੀ ਪ੍ਰੋਟੈਕਸ਼ਨ ਜਿਹੜੀ ਹੈਗੀ ਆ ਸਭ ਤੋਂ ਜ਼ਿਆਦਾ ਦੇਖੀ ਗਈ ਹੈਗੀ ਆ। ਇਹ ਇੱਕ ਵਧੀਆ ਚੀਜ਼ ਹੈਗੀ ਹੈ ਵੀ ਜਿਨ੍ਹਾਂ ਨੂੰ ਸ਼ੂਗਰ ਹੈਗੀ ਆ, ਆਪਾਂ ਸ਼ੂਗਰ ਨੂੰ ਵੀ ਕੰਟਰੋਲ ਕਰਦੀ ਹੈਗੀ ਹੈ ਦਵਾਈ, ਤੇ ਨਾਲ ਮੋਟਾਪੇ ਨੂੰ ਵੀ ਕੰਟਰੋਲ ਕਰਦੀ ਹੈ, ਤੇ ਨਾਲ ਹਾਰਟ ਨੂੰ ਵੀ ਪ੍ਰੋਟੈਕਸ਼ਨ ਦਿੰਦੀ ਹੈ। ਜੀ ਗੱਲ ਕਰਾਂਗੇ ਇਸ ਤੋਂ ਬਾਅਦ ਇਲਾਵਾ ਹੋਰ ਖੋਜਾਂ ਦੀ। ਇੱਕ ਦਰਸ਼ਕ ਸਾਡੇ ਨਾਲ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ?
ਸਤਿ ਸ਼੍ਰੀ ਅਕਾਲ ਜੀ। ਜੀ ਸਰ। ਮੈਂ ਅਜਮੇਰ ਸਿੰਘ ਬੋਲ ਰਿਹਾ ਜੀ, ਬਰੈਂਪਟਨ ਤੋਂ। ਹਾਂਜੀ ਸਰ, ਦੱਸੋ ਕੀ ਸਵਾਲ ਹੈ। ਡਾਕਟਰ ਸਾਹਿਬ ਨੂੰ ਪੁੱਛਣਾ ਵੀ ਮੇਰੇ ਮਿਸਿਸ ਨੂੰ 20 ਕੁ ਦਿਨ ਹੋਏ ਆ, ਇੱਕਦਮ ਉਹਨਾਂ ਦੀ ਸ਼ੂਗਰ ਬਹੁਤ ਜ਼ਿਆਦਾ ਹੋ ਗਈ। ਇਟ ਵਾਸ ਅਬਾਊਟ 26। ਪਹਿਲਾਂ ਕੁਝ ਨਹੀਂ ਸੀਗਾ, ਚੈੱਕ ਕਰਵਾਇਆ ਤਾਂ 26 ਹੋ ਗਈ ਜੀ। ਤੇ ਉਹ 26 ਹੋਣ ਤੋਂ ਬਾਅਦ ਹਸਪੀਟਲਾਈਜ਼ ਹੋ ਗਏ। 4 ਦਿਨ ਉੱਥੇ ਰਹੇ ਤੇ ਉਸ ਤੋਂ ਬਾਅਦ ਉਹਨੇ ਇਨਸੂਲਿਨ ਲਾਤੀ। ਉਹ ਹੁਣ 25 ਮਾਰਨਿੰਗ 25 ਸਵੇਰੇ ਲੈਂਦੇ ਆ। ਓਕੇ। ਤੇ ਹੁਣ 25 ਤੋਂ 3-4 ਦਿਨ ਹੋ ਗਏ 20 ਤੇ ਆ ਗਈ ਆ। ਪਰ ਉਹਨਾਂ ਦੀ ਜਿਹੜੀ ਸ਼ੂਗਰ ਹੈ ਨਾ, ਉਹ ਹੁਣ 4 ਤੋਂ ਕਦੇ ਘਟ ਵੀ ਜਾਂਦੀ ਹੈ ਥੋੜੀ, ਕਦੇ 4, ਕਦੇ 4.5 ਮਾਰਨਿੰਗ ਹੁੰਦੀ ਹੈ, ਕਦੇ 5 ਵੀ ਹੁਣ ਹੈਗੀ ਅੱਜ ਕੱਲ 20 ਲੈਣ ਨਾਲ। ਓਕੇ। ਤੇ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਉਹਨਾਂ ਦੀ ਫਿਰ 9 ਤੱਕ ਆ ਜਾਂਦੀ ਆ। ਓਕੇ। ਤੇ ਮੈਂ ਪੁੱਛਣਾ ਚਾਹੁੰਦਾ ਸੀ, ਉਹ 20 ਹੁਣ ਲੈਂਦੇ ਆ ਪਿਛਲੇ 2 ਟਾਈਮ। ਓਕੇ। ਤੇ ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਵੀ ਠੀਕ ਹੈ ਡੋਜ਼। ਦੂਸਰਾ ਮੈਂ ਚਾਹੁੰਦਾ ਸੀ ਵੀ ਇਹਨਾਂ ਨਾਲ ਮੈਂ ਇੱਕ ਅਪਾਇੰਟਮੈਂਟ ਬਣਾਉਣੀ ਚਾਹੁੰਦਾ ਸੀਗਾ। ਉਹ ਕਿਸ ਤਰ੍ਹਾਂ ਬਣ ਸਕਦੀ ਆ, ਉਹਦਾ ਮੈਨੂੰ ਪਤਾ ਨਹੀਂ ਜੀ। ਬਿਲਕੁਲ, ਤੁਸੀਂ ਸ਼ੁਕਰੀਆ, ਤੁਸੀਂ ਕਾਲ ਕੀਤੀ ਆ ਤੇ ਤੁਹਾਡਾ ਅਸੀਂ ਫੋਨ ਨੰਬਰ ਨਾਲ ਨੋਟ ਕਰ ਲਿਆ ਵਾ ਤੇ ਬਾਕੀ ਡਾਕਟਰ ਬਜਾਜ ਤੁਹਾਡੇ ਸਵਾਲ ਦਾ ਜਵਾਬ ਦਿੰਦੇ ਨੇ। 1 ਮਿੰਟ ਲਈ ਤੁਸੀਂ ਹੋਲਡ ਕਰਿਓ। ਡਾਕਟਰ ਬਜਾਜ, ਤੁਹਾਨੂੰ ਸਵਾਲ ਸਮਝ ਆ ਗਿਆ? ਹਾਂਜੀ। ਉਮਰ ਕਿੰਨੀ ਹੈਗੀ ਹੈ ਤੁਹਾਡੇ ਵਾਈਫ ਦੀ ਤੇ ਨਾਲ ਉਹਨਾਂ ਦਾ weight ਵਗੈਰਾ ਕਿੰਨਾ ਹੈਗਾ? ਜੀ ਸਰ। ਹੋਰ ਵੀ ਕੋਈ ਦਵਾਈ ਸ਼ੁਰੂ ਕੀਤੀ ਹੈ ਇਨਸੂਲਿਨ ਦੇ ਇਲਾਵਾ, ਹੋਰ ਕੋਈ ਦਵਾਈ? ਜੀ ਸਰ, ਡਾਕਟਰ ਬਜਾਜ ਸਵਾਲ ਕਰ ਰਹੇ ਨੇ ਕਿ ਤੁਹਾਡੀ ਵਾਈਫ ਦੀ ਏਜ ਕਿੰਨੀ ਹੈਗੀ ਹੈ ਤੇ ਤੁਸੀਂ ਕੋਈ ਹੋਰ ਵੀ ਮੈਡੀਸਿਨ ਸਟਾਰਟ ਕੀਤੀ ਹੈ ਤੇ weight ਕਿੰਨਾ ਆ? ਸ਼ੀ ਇਜ਼ 72 ਤੇ ਮੈਡੀਸਿਨ ਉਹ ਲੈਂਦੇ ਕੋਲੇਸਟ੍ਰੋਲ ਐਂਡ ਬੀਪੀ ਨਹੀਂ ਹੈ ਉਹਨਾਂ ਨੂੰ ਤੇ ਕੋਲੇਸਟ੍ਰੋਲ ਲੈਂਦੇ ਆ। ਇੱਕ ਮੇਰਾ ਖਿਆਲ ਕੋਈ ਬੋਨਸ ਦੀ ਇੱਕ ਗੋਲੀ ਲੈਂਦੇ ਆ। ਤੇ ਸਰ ਇਹਦੀ ਡਾਇਬੀਟੀਜ਼ ਸੀ, ਕੋਈ ਹੋਰ ਤਾਂ ਨਹੀਂ ਲੈਂਦੇ ਇਨਸੂਲਿਨ ਤੋਂ ਇਲਾਵਾ? ਨੋ, ਇਹ ਹੁਣੇ ਇੱਕਦਮ ਹੋਈ ਆ, ਉਹ ਇਨਸੂਲਿਨ ਲੈਂਦੇ ਆ ਬਸ, ਦੈਟਸ ਆਲ। ਓਕੇ। ਤੇ ਉਹਨਾਂ ਦਾ weight ਕਿੰਨਾ ਆ ਜੀ? weight is I think she is about 79-80 ਦੇ ਕਰੀਬ ਹੋ ਗਿਆ। 79 to 80 ਦੇ ਕਰੀਬ। ਠੀਕ ਹੈ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਸ਼ੁਕਰੀਆ, ਤੁਸੀਂ ਕਾਲ ਕੀਤੀ ਹੈ। ਓਕੇ, ਥੈਂਕਸ ਜੀ ਸਰ। ਜੀ, ਤਾਂ ਮੈਂ ਇਨਸੂਲਿਨ ਦੀ ਡੋਜ਼ ਬਾਰੇ ਇਹਨਾਂ ਦੀ ਗੱਲ ਕਰਾਂਗੇ। ਆਪਾਂ ਇੱਕ ਦਰਸ਼ਕ ਹੋਰ ਜੁੜ ਗਏ ਨੇ, ਇਹਨਾਂ ਦਾ ਵੀ ਇਕੱਠਾ ਸਵਾਲ ਲੈ ਲਈਏ। ਮਾਫੀ ਚਾਹਾਂਗੇ, ਸ਼ਾਇਦ ਉਹਨਾਂ ਨੇ ਫੋਨ ਡਿਸਕਨੈਕਟ ਕਰ ਦਿੱਤਾ। ਜੀ ਸਰ, ਇਹਨਾਂ ਦਾ ਆਪਾਂ ਰਿਪਲਾਈ ਕਰ ਦਈਏ। ਸੋ ਇਨਸੂਲਿਨ ਦੀ ਡੋਜ਼ ਬਾਰੇ ਤਾਂ ਆਪਾਂ ਐਵੇਂ ਟੀਵੀ ਤੇ ਨਹੀਂ ਦੱਸ ਸਕਦੇ ਹੈਗੇ, ਤੁਸੀਂ ਆਪਣੇ ਡਾਕਟਰ ਨਾਲ ਗੱਲ ਕਰੋ। ਦੂਸਰਾ ਕੁਐਸਚਨ ਜਿਹੜਾ ਹੈਗਾ ਸੀਗਾ ਵੀ ਸਪੈਸ਼ਲਿਸਟ ਦੀ ਸਲਾਹ ਕਿਵੇਂ ਲੈ ਸਕਦੇ ਹੈਗੇ ਨੇ, ਤੇ ਤੁਸੀਂ ਆਪਣੇ ਫੈਮਿਲੀ ਡਾਕਟਰ ਨੂੰ ਕਹਿ ਕੇ, ਵੈਸੇ ਵੀ ਫੈਮਿਲੀ ਡਾਕਟਰ ਜੇ ਇਨਸੂਲਿਨ ਦੇਖਦੇ ਹੈਗੇ ਨੇ ਤੇ ਸਪੈਸ਼ਲਿਸਟ ਨੂੰ ਆਪੇ ਹੀ ਰੈਫਰ ਕਰ ਦਿੰਦੇ ਹੈਗੇ ਨੇ। ਤੇ ਕਿਸੇ ਵੀ ਬਰੈਂਪਟਨ ਵਿੱਚ ਜਿਹੜੇ ਡਾਇਬੀਟੀਜ਼ ਦੇ ਸਪੈਸ਼ਲਿਸਟ ਹੈਗੇ ਨੇ, ਮੈਂ ਵੀ ਇੱਕ ਹੈਗਾ, ਪਰ ਹੋਰ ਵੀ ਜਿਹੜੇ ਵੀ ਹੈਗੇ ਨੇ ਜਿਨ੍ਹਾਂ ਨੂੰ ਵੀ ਜਲਦੀ ਤੋਂ ਜਲਦੀ ਦਿਖਾ ਸਕਣ, ਉਹ ਬਿਹਤਰ ਰਹਿੰਦਾ ਹੈਗਾ। ਜੇ ਆਪਾਂ ਇਹਨਾਂ ਦੇ ਡਾਇਗਨੋਸਿਸ ਦੀ ਗੱਲ ਕਰੀਏ ਤਾਂ ਹੁਣੇ ਹੀ ਪਤਾ ਲੱਗਿਆ ਹੈਗਾ ਤੇ ਸ਼ੂਗਰ ਬਹੁਤ ਜ਼ਿਆਦਾ ਹੈਗੀ ਸੀ, ਇਸ ਲਈ ਇਨਸੂਲਿਨ ਸ਼ੁਰੂ ਕੀਤਾ ਗਿਆ ਹੈਗਾ। ਹੋ ਸਕਦਾ ਹੈ ਕਿ ਆਪਾਂ ਗੋਲੀਆਂ ਦੇ ਨਾਲ ਹੋਰ ਐਡ ਕਰਕੇ, ਜਿਹੜੀਆਂ ਸ਼ੂਗਰ ਦੀਆਂ ਗੋਲੀਆਂ ਹੁੰਦੀਆਂ ਹੈਗੀਆਂ ਨੇ, ਮੈਟਫੋਰਮਿਨ ਤੇ ਹੋਰ ਦਵਾਈਆਂ, ਫਿਰ ਇਨਸੂਲਿਨ ਘਟ ਸਕਦਾ ਹੈਗਾ ਤੇ ਹੋ ਸਕਦਾ ਹੈ ਕਿ ਬੰਦ ਵੀ ਹੋ ਸਕਦਾ। ਐਵੇਂ ਨਹੀਂ ਹੈਗਾ ਕਿ ਉਮਰ ਭਰ ਲਾਣਾ ਪੈਣਾ ਹੈਗਾ, ਪਰ ਅਗੇਨ ਪੂਰਾ ਕੇਸ ਦੇਖ ਕੇ ਫਿਰ ਉਹ ਡਿਸਾਈਡ ਕਰ ਸਕਦੇ ਹੈਗੇ ਨੇ। ਜੀ। ਤੇ ਕਾਲਰ ਇੱਕ ਹੋਰ ਜੁੜ ਗਏ ਨੇ, ਅਸੀਂ ਕਾਲ ਲੈ ਲਈਏ। ਸੋ ਸਰਵਰ ਟੀਮ ਨੂੰ ਕਵਾਂਗੇ ਨਾਲ ਦੀ ਨਾਲ ਕਾਲਸ ਜਿਹੜੀਆਂ ਫਾਰਵਰਡ ਕੀਤੀਆਂ ਜਾਣ। ਮਾਫੀ ਚਾਹਾਂਗੇ, ਫੋਨ ਡਿਸਕਨੈਕਟ ਹੋ ਗਿਆ। ਸਰ, ਗੱਲ ਕਰ ਰਹੀ ਸੀ ਜਿਹੜੀ ਤੁਸੀਂ ਖੋਜਾਂ ਦੀ ਗੱਲ ਕੀਤੀ ਹੈ ਕਿ ਇੰਜੈਕਸ਼ਨ ਇਹ ਜਿਹੇ ਆ ਗਏ ਨੇ, ਤੁਸੀਂ ਉਹਦੇ ਨਾਲ ਤੁਸੀਂ ਹਾਰਟ ਐਂਡ ਆਪਦੀ weight ਨੂੰ ਵੀ ਕੰਟਰੋਲ ਕਰ ਸਕਦੇ ਹੋ। ਇਹਦੇ ਬਾਰੇ ਗੱਲ ਕਰਾਂਗੇ। ਪਹਿਲਾਂ ਇੱਕ ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਜੀ, ਮੈਂ ਬਰੈਂਪਟਨ ਤੋਂ ਬੋਲਦੀ ਹਾਂ ਜੀ। ਜੀ। ਹਾਂਜੀ, ਮੇਰੀ ਬੇਟੀ ਹੈ ਜੀ, 33 ਸਾਲ ਦੀ ਉਮਰ ਉਹਦੀ। ਉਹਨੂੰ ਜੀ ਯੂਟਰਸ ਵਿੱਚ ਰਸੌਲੀਆਂ ਆਉਂਦੇ ਤੇ 3 ਰਸੌਲੀਆਂ। ਜਿਹੜੀ ਵੱਡੀ ਰਸੌਲੀ ਆ ਉਹ 6 ਸੈਂਟੀਮੀਟਰ ਦੀ ਆ। ਹਾਂਜੀ, ਉਹਨੂੰ ਨਾ ਜੀ ਮਤਲਬ ਬਲੀਡਿੰਗ ਬਹੁਤ ਜ਼ਿਆਦਾ ਹੋ ਰਹੀ ਆ। ਉਹ ਡਾਕਟਰ ਨੇ ਉਹਦੇ ਇੰਟਰਨਲ ਅਲਟਰਾਸਾਊਂਡ ਕੀਤਾ ਸੀ, ਉਹ ਤੋਂ ਬਾਅਦ ਉਹਨੂੰ ਬਲੀਡਿੰਗ ਸ਼ੁਰੂ ਹੋਈ ਆ। ਮਤਲਬ ਉਧਰ ਤੇ ਜਿਵੇਂ ਆਪਣੇ ਬੁੱਥ ਜੇ ਜਾਂਦੇ ਹਨ, ਏਦਾਂ ਵੀ ਜਾ ਰਹੇ ਆ। ਕੀ ਜੀ ਉਹ ਰਸੌਲੀਆਂ ਰਿਮੂਵ ਕਰਨੀਆਂ ਪੈਣੀਆਂ ਜਾਂ ਕਿਸੇ ਮੈਡੀਸਨ ਨਾਲ ਠੀਕ ਹੋ ਸਕਦੀ ਆ? ਉਹ ਬਰਥ ਕੰਟਰੋਲ ਮੈਡੀਸਨ ਲੈ ਰਹੀ ਹੈ, ਉਧਰੋਂ ਥੋੜਾ ਫਰਕ ਰਹਿੰਦਾ ਹੈ। ਹਾਂਜੀ, ਫਿਰ ਉਦਾਂ ਹੀ ਹੋ ਜਾਂਦਾ ਜੀ। 1 ਮਿੰਟ ਲਈ ਤੁਸੀਂ ਹੋਲਡ ਕਰਿਓ। ਡਾਕਟਰ ਬਜਾਜ, ਤੁਹਾਨੂੰ ਸਵਾਲ ਸਮਝ ਆ ਗਿਆ? ਹਾਂਜੀ, ਸਵਾਲ ਸਮਝ ਆ ਗਿਆ ਜੀ। ਤੁਸੀਂ ਕੁਝ ਪੁੱਛਣਾ ਜਾਂ ਆਪਾਂ ਆਨਸਰ ਦਈਏ? ਨਹੀਂ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ, ਤੁਸੀਂ ਕਾਲ ਕੀਤੀ ਹੈ। ਜੀ ਸਰ।
ਨਹੀਂ, ਯੂਟਰਸ ਵਿੱਚ ਜੇ ਰਸੌਲੀ ਹੈਗੀ ਹੈ ਤੇ ਕੋਈ ਦਵਾਈ ਵਗੈਰਾ ਨਹੀਂ ਹੁੰਦੀ ਹੈ ਉਹਦੇ ਵਾਸਤੇ। ਜੇ ਇਹ ਸਵਾਲ ਹੈਗਾ ਤੇ ਆਪਰੇਸ਼ਨ ਕਰਨਾ ਪੈਣਾ ਕਿ ਨਹੀਂ ਕਰਨਾ ਪੈਣਾ, ਉਹ ਬਹੁਤ ਚੀਜ਼ਾਂ ਤੇ ਡਿਪੈਂਡ ਕਰਦਾ ਹੈਗਾ। ਰਸੌਲੀਆਂ ਕਾਫੀ ਹੁੰਦੀਆਂ ਨੇ ਯੂਟਰਸ ਦੇ ਵਿੱਚ ਲੇਡੀਜ਼ ਨੂੰ, ਤੇ ਜ਼ਰੂਰੀ ਨਹੀਂ ਸਾਰਿਆਂ ਨੂੰ ਕਰਨਾ ਜ਼ਰੂਰੀ ਹੈਗਾ। ਤੁਸੀਂ ਆਮ ਸ਼ੋਰ ਉਹ ਗਾਇਨੋਕੋਲੋਜਿਸਟ ਜਿਹੜੇ ਲੇਡੀਜ਼ ਦੇ ਸਪੈਸ਼ਲਿਸਟ ਹੁੰਦੇ ਹੈਗੇ ਨੇ, ਉਹਨਾਂ ਨੂੰ ਦਿਖਾ ਰਹੇ ਹੈਗੇ ਨੇ। ਕਈ ਵਾਰੀ ਬਾਇਓਪਸੀ ਕਰਕੇ ਪਤਾ ਕਰ ਸਕਦੇ ਹੈਗੇ ਨੇ ਵੀ ਉਹਦਾ ਛੋਟਾ ਜਿਹਾ ਮਾਸ ਲੈ ਕੇ ਵੀ ਰਸੌਲੀ ਵਿੱਚ ਕੈਂਸਰ ਤਾਂ ਨਹੀਂ ਹੈਗਾ, ਤੇ ਜੇ ਕੈਂਸਰ ਨਹੀਂ ਹੈਗਾ ਤੇ ਜੇ ਕੋਈ ਐਵੇਂ ਬਹੁਤ ਜ਼ਿਆਦਾ ਤਕਲੀਫ ਨਹੀਂ ਹੈਗੀ ਤੇ ਜ਼ਰੂਰੀ ਨਹੀਂ ਹੈਗਾ ਕਿ ਉਹਦਾ ਆਪਰੇਸ਼ਨ ਕਰਕੇ ਕੱਢਣੀ ਜ਼ਰੂਰੀ ਹੈਗੀ ਆ। ਤੁਸੀਂ ਆਪਣੇ ਗਾਇਨੋਕੋਲੋਜਿਸਟ ਨਾਲ ਸਲਾਹ ਕਰ ਸਕਦੇ ਹੈਗੇ ਨੇ। ਜੀ ਬਿਲਕੁਲ ਸਰ, ਨੈਕਸਟ ਕਾਲਰ ਜੁੜ ਗਏ ਨੇ, ਅਸੀਂ ਉਹਨਾਂ ਦੀ ਕਾਲ ਲੈ ਲਈਏ ਫਿਰ ਆਪਣੇ ਟੌਪਿਕ ਤੇ ਵਾਪਸ ਆਉਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਸਰੀ ਤੋਂ ਬੋਲਦੇ ਭਾਈ, ਅਸੀਂ ਪੁੱਛਣਾ ਸੀਗਾ ਵੀ ਇਹ ਜਿਹੜੀ ਹੈਗੇ ਡਾਇਬਟੀਜ਼ ਹੈ ਗੋਲੀ ਦਾ ਮੈਂ ਖਾਣਾ ਤੇ ਸਾਨੂੰ ਨਾ ਉਹ ਐ ਨਹੀਂ ਪਤਾ ਲੱਗਦਾ ਵੀ ਕਿੰਨੀ ਚਾਹੀਦੀ ਹੈ ਸ਼ੂਗਰ। ਕਈ ਵਾਰ 9 ਹੁੰਦੀ ਹੈ, ਕਈ ਵਾਰ 7 ਹੁੰਦੀ ਹੈ, ਕਿੰਨੀ ਚਾਹੀਦੀ ਕਿੰਨੀ ਹੁੰਦੀ ਹੈ ਇਹ ਨਹੀਂ ਪੁੱਛਣੀ ਸੀਗਾ ਜੀ। ਠੀਕ ਹੈ ਜੀ, ਤੁਸੀਂ ਟੀਵੀ ਦੇ ਆਨਸਰ ਸੁਣ ਸਕਦੇ ਹੋ। ਥੈਂਕ ਯੂ, ਤੁਸੀਂ ਕਾਲ ਕੀਤੀ ਹੈ ਜੀ। ਡਾਕਟਰ ਬਜਾਜ, ਇਹ ਸਭ ਤੋਂ ਜ਼ਿਆਦਾ ਜ਼ਰੂਰੀ ਹੈਗਾ ਵੀ ਆਪਾਂ ਜਾਣਕਾਰੀ ਰੱਖੀਏ। ਜੇ ਜਿਨ੍ਹਾਂ ਦੀ ਸ਼ੂਗਰ ਹੈਗੀ ਹੈ, ਬਿਮਾਰੀ ਹੈਗੀ ਹੈ, ਤੇ ਆਪਾਂ 4 ਤੋਂ 7 ਜਿਹੜੀ ਹੈਗੀ ਹੈ, 4 ਤੋਂ ਘੱਟ ਨਹੀਂ ਹੋਣੀ ਚਾਹੀਦੀ ਤੇ 7 ਤੋਂ ਵੱਧ ਨਹੀਂ ਹੋਣੀ ਚਾਹੀਦੀ ਜਦੋਂ ਆਪਾਂ ਸਵੇਰੇ ਉੱਠਦੇ ਹੈਗੇ ਆ ਬਿਨਾਂ ਖਾਧੇ। ਵੀ ਨਿਰਣੇ ਕਾਲਜੇ ਜੇ ਆਪਾਂ ਕਹੀਏ ਤੇ 4 ਤੋਂ 7 ਹੋਣੀ ਚਾਹੀਦੀ। ਜੇ ਆਪਾਂ ਖਾਣੇ ਤੋਂ ਬਾਅਦ ਚੈੱਕ ਕਰ ਰਹੇ ਹੈਗੇ ਆ 2 ਘੰਟੇ ਬਾਅਦ ਜਾਂ 3 ਘੰਟੇ ਬਾਅਦ ਜੇ ਚੈੱਕ ਕਰ ਰਹੇ ਹੈਗੇ ਆ, ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ 4 ਤੋਂ 8 ਤੱਕ ਚਲੀ ਜਾਵੇ, 8 ਤੋਂ ਵੱਧ ਨਾ ਜਾਵੇ। 10 ਤੋਂ ਵੱਧ ਤਾਂ ਬਿਲਕੁਲ ਵੀ ਨਹੀਂ ਜਾਣੀ ਚਾਹੀਦੀ ਹੈਗੀ ਆ 2 ਘੰਟੇ ਬਾਅਦ, ਪਰ ਜੇ 8 ਤੱਕ ਹੀ ਰਵੇ ਤਾਂ ਜ਼ਿਆਦਾ ਚੰਗੀ ਰਹਿੰਦੀ ਹੈਗੀ ਆ। ਤੇ ਮਤਲਬ 4 ਤੋਂ ਘਟਣੀ ਵੀ ਨਹੀਂ ਚਾਹੀਦੀ ਤੇ 8 ਤੋਂ ਵੱਧਣੀ ਵੀ ਨਹੀਂ ਚਾਹੀਦੀ 2 ਘੰਟੇ ਬਾਅਦ ਜੇ ਆਪਾਂ ਚੈੱਕ ਕਰ ਰਹੇ ਹੈਗੇ ਆ। ਜੀ ਬਿਲਕੁਲ। ਤੇ ਸਰ ਆਪਾਂ ਗੱਲ ਕਰ ਰਹੇ ਸੀ ਡਾਇਬਟੀਜ਼ ਦੇ ਬਾਰੇ ਵਿੱਚ ਜਿਹੜੀਆਂ ਨਵੀਆਂ ਰਿਸਰਚਸ ਹੋ ਰਹੀਆਂ ਨੇ, ਸੋ ਜਿਵੇਂ ਇਹਨਾਂ ਨੇ ਵੀ ਗੱਲਬਾਤ ਕੀਤੀ ਆ ਕਿ ਅਵੇਅਰਨੈਸ ਹੁਣ ਇੱਥੇ ਹੁੰਦੀ ਆ ਕ੍ਰੀਏਟ ਕਿ ਕਿੰਨੀ ਕੁ ਤੁਹਾਨੂੰ ਡਾਇਬਟੀਜ਼ ਜਿਹੜੀ ਆ ਉਨੀ ਕੁ ਰੇਸ਼ੋ ਚਾਹੀਦੀ ਹੈ ਕਿ ਤੁਹਾਡੀ ਜਿਹੜੀ ਆ ਨੋਰਮਲ ਬਣਨੀ ਜਾਵੇ। ਸੋ ਬਹੁਤੇ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਆਪਦੀ ਡਾਈਟ ਖਾਂਦੇ ਰਹਿੰਦੇ ਉਸ ਤਰੀਕੇ ਦੇ ਨਾਲ ਜਾਂ ਮੈਡੀਸਿਨਸ ਲੈਂਦੇ ਰਹਿੰਦੇ ਨੇ ਕਿ ਕਿੰਨੀ ਨੋਰਮਲ ਹੋਣੀ ਚਾਹੀਦੀ ਹੈ ਜਾਂ ਕਿੰਨੀ ਨੋਰਮਲ ਨਹੀਂ ਹੋਣੀ ਚਾਹੀਦੀ ਹੈਗੀ। ਸੋ ਇਹਦੇ ਬਾਰੇ ਵਿੱਚ ਵੀ ਜ਼ਰੂਰ ਜਾਣਕਾਰੀ ਦੇਣੀ ਜ਼ਰੂਰੀ ਹੈ। ਜੀ ਬਿਲਕੁਲ, ਇਹ ਵੀ ਜ਼ਰੂਰੀ ਹੈਗਾ ਵੀ ਆਪਾਂ ਇਹ ਨਾ ਸੋਚੀਏ। ਕਈ ਲੋਕ ਕਹਿੰਦੇ ਨੇ ਮੈਂ ਸਿਰਫ ਖਾਣੇ ਤੇ ਕੰਟਰੋਲ ਕਰਾਂਗਾ, ਦਵਾਈਆਂ ਨਹੀਂ ਲਵਾਂਗਾ। ਕਈ ਲੋਕ ਕਹਿੰਦੇ ਮੈਂ ਦਵਾਈਆਂ ਹੀ ਲਵਾਂਗਾ ਤੇ ਖਾਣੇ ਤੇ ਮੇਰੇ ਤੋਂ ਕੰਟਰੋਲ ਨਹੀਂ ਹੁੰਦਾ ਹੈਗਾ। ਤੇ ਆਪਾਂ ਦੋਵੇਂ ਚੀਜ਼ਾਂ ਦਾ ਮਿਕਸ ਜ਼ਰੂਰੀ ਕਰਨਾ ਜ਼ਰੂਰੀ ਹੈਗਾ ਜਿਨ੍ਹਾਂ ਨੂੰ ਸ਼ੂਗਰ ਦੀ ਬਿਮਾਰੀ ਹੈਗੀ ਆ। ਤੇ ਐਵੇਂ ਨਹੀਂ ਕਰ ਸਕਦੇ ਕਿ ਇੱਕੋ ਚੀਜ਼ ਤੇ ਧਿਆਨ ਦਈਏ ਤੇ ਦੂਸਰੀ ਆਪਾਂ ਧਿਆਨ ਹਟਾ ਦਾਂਗੇ ਤੇ ਫਿਰ ਕੋਈ ਕੰਟਰੋਲ ਨਹੀਂ ਆਉਣਾ ਹੈਗਾ। ਤੇ ਇਸ ਲਈ ਜ਼ਰੂਰੀ ਹੈ ਵੀ ਆਪਾਂ ਦਵਾਈਆਂ ਵੀ ਢੰਗ ਨਾਲ ਲਈਏ ਜਿਵੇਂ ਦਿੱਤੀਆਂ ਗਈਆਂ ਹੈਗੀਆਂ ਨੇ, ਤੇ ਫਿਰ ਖਾਣੇ ਤੇ ਨਾਲ ਪਰਹੇਜ਼ ਵੀ ਰੱਖੀਏ ਤਾਂ ਕਿ ਸ਼ੂਗਰ ਜਿਹੜੀ ਹੈਗੀ ਕੰਟਰੋਲ ਵਿੱਚ ਰਹਿ ਸਕੇ। ਤੇ ਇਹ ਵੀ ਜਾਣਕਾਰੀ ਬਹੁਤ ਜ਼ਿਆਦਾ ਜ਼ਰੂਰੀ ਹੈ ਤਰਨਜੀਤ ਜੀ। ਜੀ ਤੇ ਸਰ ਇੱਕ ਇਹ ਵੀ ਹੈ ਕਿ ਇਹ ਵੀ ਸੁਣਨ ਦੇ ਵਿੱਚ ਆਉਂਦਾ ਕਿ ਜਿਵੇਂ ਤੁਸੀਂ ਗੱਲ ਕੀਤੀ ਸੀ ਕਿ ਸ਼ੂਗਰ ਇਸ ਲੈਵਲ ਤੱਕ ਵੱਧ ਜਾਂਦੀ ਹੈ, ਕਈ ਵਾਰੀ ਪੈਰ ਵੀ ਕੱਟਣੇ ਪੈ ਸਕਦੇ ਆ। ਇਹ ਕ੍ਰੋਨਿਕ ਡਿਜ਼ੀਜ਼ ਇੰਨਾ ਕ੍ਰੋਨਿਕ ਕਦੋਂ ਜਾ ਕੇ ਬਣਦਾ ਹੈ, ਕਿਹੜੀ ਸਟੇਜ ਦੇ ਵਿੱਚ ਅਜਿਹੇ ਹਾਲਾਤ ਜਿਹੜੇ ਆ ਬਣਦੇ ਨੇ? ਜ਼ਿਆਦਾਤਰ ਜਦੋਂ 10-15 ਸਾਲ ਹੋ ਜਾਂਦੇ ਨੇ ਸ਼ੂਗਰ ਦੀ ਬਿਮਾਰੀ ਹੋਏ ਨੂੰ, ਤਾਂ ਜੇ ਕੰਟਰੋਲ ਨਾ ਹੋਈ ਹੋਵੇ 10-15 ਸਾਲਾਂ ਦੇ ਵਿੱਚ ਤਾਂ ਫਿਰ ਇਹ ਪ੍ਰੋਬਲਮ ਆਉਂਦੀ ਹੈਗੀ ਹੈ ਵੀ ਕਿਡਨੀਆਂ ਫੇਲ ਹੋਣੀਆਂ ਸ਼ੁਰੂ ਹੋ ਜਾਂਦੀਆਂ ਹੈਗੀਆਂ ਨੇ, ਡਾਇਲਿਸਿਸ ਕਰਾਉਣਾ ਪੈਂਦਾ ਜਾਂ ਅੱਖਾਂ ਚਲੀਆਂ ਜਾਂਦੀਆਂ ਨੇ, ਅੰਨੇ ਹੋ ਜਾਂਦੇ ਜਾਂ ਪੈਰ ਕੱਟਣੇ ਪੈ ਸਕਦੇ ਹੈਗੇ ਨੇ। ਸੋ 10-15 ਸਾਲ ਜਨਰਲੀ ਲੱਗਦੇ ਹੈਗੇ ਨੇ ਸ਼ੂਗਰ ਦੀ ਬਿਮਾਰੀ ਸ਼ੁਰੂ ਹੋਏ ਤੋਂ। ਸਰ ਜਿਵੇਂ ਸਾਨੂੰ ਇੱਕ ਕਾਲਰ ਨੇ ਵੀ ਕਾਲ ਕੀਤੀ ਸੀ, ਉਹਨਾਂ ਨੇ ਕਿਹਾ ਸੀਗਾ ਕਿ ਜਦੋਂ ਟੈਸਟ ਕਰਵਾਇਆ ਤਾਂ ਇੱਕਦਮ ਸ਼ੂਗਰ ਵਧੀ ਹੋਈ ਆਈ ਹੈ ਤੇ ਇੰਨੀ ਜ਼ਿਆਦਾ ਵਧੀ ਹੋਈ ਸੀ। ਸੋ ਇਹ ਤਾਂ ਨਹੀਂ ਹੈ ਕਿ ਇੱਕ ਵਾਰ 'ਚ ਹੀ ਸ਼ੂਗਰ ਇੰਨੀ ਜ਼ਿਆਦਾ ਵੱਧ ਗਈ ਕਿ ਸਟੈਪ ਬਾਏ ਸਟੈਪ ਇਹ ਜਿਹੜੀ ਅੱਗੇ ਵਧਣੀ ਸ਼ੁਰੂ ਹੁੰਦੀ ਆ। ਸੋ ਕੀ ਇਹ ਸੱਚ ਹੈ ਕਿ ਕਈ ਵਾਰੀ ਡਾਇਬਟੀਜ਼ ਦਾ ਜਿਹੜਾ ਟੈਸਟ ਕਰਵਾਇਆ ਜਾਂਦਾ, ਸ਼ੂਗਰ ਦਾ ਟੈਸਟ ਕਰਵਾਇਆ ਜਾਂਦਾ, ਕਈ ਵਾਰੀ ਸ਼ੂਗਰ ਜਿਹੜੀ ਹੈ ਟੈਸਟ ਦੇ ਵਿੱਚ ਨਹੀਂ ਆਉਂਦੀ ਹੈਗੀ? ਨਹੀਂ, ਇਹ ਨਹੀਂ ਹੈਗਾ। ਜ਼ਿਆਦਾਤਰ ਕੀ ਹੁੰਦਾ ਆਪਾਂ ਟੈਸਟ ਜਿਹੜੇ ਹੈਗੇ ਨੇ ਹਰ ਸਾਲ ਜਾਂ ਹਰ 2 ਸਾਲ ਬਾਅਦ ਨਹੀਂ ਕਰਾਉਂਦੇ ਹੈਗੇ। ਤੋਂ ਰეკਮੈਂਡੇਸ਼ਨ ਜਿਹੜੀ ਡਾਇਬਟੀਜ਼ ਕੈਨੇਡਾ ਦੀ ਹੈਗੀ ਆ ਵੀ ਜੇ ਤੁਸੀਂ 40 ਸਾਲ ਤੋਂ ਉੱਪਰ ਹੈਗੇ ਹੋ ਤਾਂ ਐਟਲੀਸਟ ਹਰ ਸਾਲ 2 ਸਾਲ ਵਿੱਚ ਡਾਇਬਟੀਜ਼ ਦਾ ਟੈਸਟ ਜ਼ਰੂਰੀ ਹੈਗਾ। ਜੇ ਤੁਹਾਡੇ ਫੈਮਿਲੀ ਵਿੱਚ ਡਾਇਬਟੀਜ਼ ਹੈਗੀ ਹੈ ਜਾਂ ਤੁਸੀਂ ਬਹੁਤ ਮੋਟੇ ਹੈਗੇ ਹੋ ਤਾਂ ਈਵਨ 40 ਸਾਲ ਤੋਂ ਘੱਟ ਦੀ ਉਮਰ ਤੇ ਜਿਹੜਾ ਹੈਗਾ ਟੈਸਟ ਹੋ ਜਾਣਾ ਚਾਹੀਦਾ ਹੈਗਾ। ਪਹਿਲਾਂ ਹੀ 40 ਸਾਲ ਤੋਂ ਵੇਟ ਨਹੀਂ ਕਰਨਾ ਚਾਹੀਦਾ ਹੈਗਾ। ਆਪਾਂ ਜੇ ਟੈਸਟ ਕਰਦੇ ਹੈਗੇ ਆ ਤੇ ਐਵੇਂ ਨਹੀਂ ਹੋਏਗਾ ਕਿ ਇੱਕਦਮ ਇੱਕੋ ਦਿਨ ਹੀ ਸ਼ੂਗਰ 26 ਪਹੁੰਚ ਜਾਏਗੀ। ਤਾਂ ਹੌਲੀ ਹੌਲੀ ਪਿਛਲੇ ਸਾਲ 2 ਸਾਲ ਜਨਰਲੀ 5 ਸਾਲਾਂ ਤੋਂ ਹੌਲੀ ਹੌਲੀ ਵੱਧ ਰਹੀ ਹੁੰਦੀ ਹੈਗੀ ਆ। ਤੇ ਫਿਰ ਇੱਕਦਮ ਹੋ ਸਕਦਾ ਕਿ 1 ਮਹੀਨੇ 2 ਮਹੀਨੇ ਵਿੱਚ ਜ਼ਿਆਦਾ ਵੱਧ ਜਾਵੇ। ਸਪੈਸ਼ਲੀ ਹੁਣ ਪੈਂਡੈਮਿਕ ਦਾ ਵੀ ਟਾਈਮ ਰਿਹਾ ਹੈਗਾ ਤੇ ਲੋਕੀ ਲੋਕਡਾਊਨ ਵਿੱਚ ਬੈਠੇ ਵੀ ਰਹੇ ਹੈਗੇ ਨੇ, ਜ਼ਿਆਦਾ ਬੈਠ ਕੇ ਖਾਂਦੇ ਵੀ ਰਹੇ ਜ਼ਿਆਦਾ ਹੈਗੇ ਨੇ, ਤੇ ਇਸ ਕਰਕੇ ਵੀ ਕਈ ਲੋਕਾਂ ਦੀ ਜਿਹੜੀ ਸ਼ੂਗਰ ਹੈਗੀ ਆ ਡਾਇਗਨੋਜ਼ ਨਹੀਂ ਹੋ ਸਕੀ ਹੈਗੀ ਤੇ ਵੱਧ ਵੀ ਗਈ ਹੈਗੀ ਹੈ। ਇਹ ਵੀ ਕਾਰਨ ਹੈਗਾ ਪੈਂਡੈਮਿਕ ਦਾ। ਜੀ ਸਰ, ਕਾਲਰ ਇੱਕ ਹੋਰ ਜੁੜ ਗਏ ਨੇ, ਅਸੀਂ ਉਹਨਾਂ ਦੀ ਵੀ ਕਾਲ ਲੈ ਲਈਏ। ਸੋ ਆਪਣੀ ਟੀਮ ਨੂੰ ਕਵਾਂਗੇ ਨਾਲ ਦੀ ਨਾਲ ਕਾਲਸ ਵੀ ਫਾਰਵਰਡ ਕੀਤੀਆਂ ਜਾਣ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ ਤੁਹਾਡਾ?
ਅਸੀਂ BC ਤੋਂ ਬੋਲਦੇ ਹਾਂ ਜੀ ਦੱਸੋ। ਮੇਰੇ ਨਰਵਸ ਜਿਹੜੀਆਂ 50% ਨਾਲੋਂ ਜ਼ਿਆਦਾ ਬਲੌਕ ਆ, ਉਹ ਮੈਨੂੰ ਹਾਲੇ ਸਰਜਰੀ ਲਈ ਕਹਿੰਦੇ ਤਾਂ ਨਹੀਂ, ਕਰਾਉਣੀ ਚਾਹੀਦੀ ਹੈ ਜਾਂ ਨਹੀਂ, ਡਾਕਟਰ ਸਾਹਿਬ ਤੋਂ ਪੁੱਛੋਗੇ ਜੀ। ਡਾਕਟਰ ਬਜਾਜ, ਤੁਹਾਨੂੰ ਸਵਾਲ ਸਮਝ ਆ ਗਿਆ? ਕੀ ਕਹਿੰਦੇ ਹਾਰਟ ਦੀ ਬਾਈਪਾਸ? ਸਰ ਇਹ ਕਹਿ ਰਹੇ ਨੇ ਕਿ ਇਹਨਾਂ ਦੀਆਂ 50% ਤੋਂ ਜ਼ਿਆਦਾ ਜਿਹੜੀਆਂ ਨਰਵਸ ਨੇ ਉਹ ਬਲੌਕ ਹੋ ਚੁੱਕੀਆਂ ਨੇ। ਹਜੇ ਡਾਕਟਰਸ ਨੇ ਪਰ ਨਹੀਂ ਕਿਹਾ ਹੈਗਾ, ਪਰ ਜੇ ਡਾਕਟਰਸ ਰਿਕਮੈਂਡ ਕਰਦੇ ਨੇ ਸਰਜਰੀ ਤਾਂ ਕੀ ਇਹਨਾਂ ਨੂੰ ਸਰਜਰੀ ਕਰਵਾਉਣੀ ਚਾਹੀਦੀ ਹੈ ਜਾਂ ਨਹੀਂ ਕਰਵਾਉਣੀ? ਹਾਰਟ ਦੀ ਗੱਲ ਕਰ ਰਹੇ ਨੇ ਨਾ? ਨਰਵਸ ਦੀ ਸਰ, ਨਰਵ ਕਹਿ ਰਹੇ ਨੇ ਪੂਰੀ ਬਾਡੀ ਦੇ ਵਿੱਚ ਬਲੌਕ ਨੇ। ਨਹੀਂ ਨਰਵਸ ਕੋਈ ਬਲੌਕ ਨਹੀਂ ਹੁੰਦੀ, ਬਲੌਕੇਜ ਆ ਇੱਕ ਜਗ੍ਹਾ ਤੇ ਆ। ਹਾਰਟ ਦੀ ਗੱਲ ਕਰ ਇਹ ਰਹੇ ਸਰ ਹਾਰਟ ਦੇ ਵਿੱਚ ਬਲੌਕੇਜ ਹੈ? ਨਹੀਂ ਹਾਰਟ 'ਚ ਨਹੀਂ, ਜਿਹੜੀਆਂ ਉਹ ਵੇਨਸ ਜਾਂਦੀਆਂ ਬਲੱਡ ਦੀਆਂ। ਸਰ ਇਹ ਹੁਣ ਤੁਹਾਨੂੰ ਪਤਾ ਹੋਣਾ ਡਾਕਟਰ ਬਜਾਜ ਕਿਹੜੀ ਵੇਨਸ ਦੀ ਗੱਲ ਕਰ ਰਹੇ ਨੇ ਉਹ। ਹਾਂਜੀ ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਆਪਾਂ ਸਰ ਇਹਨਾਂ ਨੂੰ ਕੁਝ ਪੁੱਛਣਾ ਤਾਂ ਨਹੀਂ ਹੈ? ਹਾਂਜੀ ਕਿੱਥੇ ਦੀ ਵੇਨਸ ਦੀ ਗੱਲ ਕਰ ਰਹੇ ਨੇ ਜੀ? ਮੈਨੂੰ ਲੱਗਦਾ ਉਹਨਾਂ ਨੇ ਫੋਨ ਡਿਸਕਨੈਕਟ ਕਰ ਦਿੱਤਾ। ਸਰ ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ। ਵੈਸੇ ਸਰ ਇਹ ਕੀ ਮਤਲਬ ਵੇਨਸ ਦੀ ਜਿਵੇਂ ਇਹ ਗੱਲ ਕਰ ਰਹੇ ਨੇ ਕਿ ਡੈਮੇਜ ਹੈ, ਸੋ ਕੀ ਇਹ ਤਾਂ ਪੈਰਾਂ ਦੀ ਜਿਹੜੀਆਂ ਆਰਟਰੀਜ਼ ਕਹਿੰਦੇ ਹੈਗੇ ਆ ਆਪਾਂ, ਨਰਵਸ ਨਹੀਂ ਕਹਿੰਦੇ ਹੈਗੇ। ਨਰਵਸ ਬਲੌਕ ਨਹੀਂ ਹੁੰਦੀਆਂ। ਨਰਵਸ ਦੇ ਨਾਲ ਪੇਨ ਹੋ ਸਕਦੀ ਹੈਗੀ ਆ ਵੀ ਉਹਦੇ ਵਿੱਚ ਸ਼ੂਗਰ ਦੇ ਨਾਲ ਨੁਕਸਾਨ ਹੋ ਸਕਦਾ, ਪਰ ਜਾਂ ਫਿਰ ਸੁੰਨ ਹੋ ਸਕਦੀਆਂ ਨੇ ਨਰਵਸ ਦੇ ਕਾਰਨ। ਪਰ ਜਿਹੜੀਆਂ ਬਲੌਕ ਕਹਿ ਰਹੇ ਹੈਗੇ ਨੇ ਜਾਂ ਤਾਂ ਹਾਰਟ ਦੀਆਂ ਜਿਹੜੀਆਂ ਆਪਾਂ ਕਹਿ ਲਈਏ ਆਰਟਰੀਜ਼ ਹੁੰਦੀਆਂ ਜਿਹੜੀਆਂ ਬਲੱਡ ਸਪਲਾਈ ਕਰਦੀਆਂ ਹੈਗੀਆਂ, ਸਰਕੂਲੇਸ਼ਨ ਕਹਿ ਲਈਏ, ਜਾਂ ਪੈਰਾਂ ਦੀ ਸਰਕੂਲੇਸ਼ਨ ਦੀ ਗੱਲ ਕਰ ਸਕਦੇ ਹੈਗੇ ਨੇ, ਜਾਂ ਫਿਰ ਜਿਹੜੀ ਬ੍ਰੇਨ ਨੂੰ ਆਪਣੇ ਸਿਰ ਨੂੰ ਜਿਹੜੀ ਸਰਕੂਲੇਸ਼ਨ ਜਾਂਦੀ ਹੈਗੀ ਹੈ ਬਲੱਡ ਦੀ, ਉਹ ਬਲੌਕ ਹੋ ਸਕਦੀ ਹੈਗੀ ਹੈ। ਤਿੰਨ ਜਗ੍ਹਾ ਤੇ ਬਲੌਕ ਹੋ ਸਕਦੀ ਹੈਗੀ ਆ। ਤੇ ਜੇ 50% ਬਲੌਕੇਜ ਹੈਗੀ ਆ, ਉਹਦੇ ਵਿੱਚ ਹੋਰ ਵੀ ਬੜਾ ਕੁਝ ਦੇਖਣਾ ਪੈਣਾ ਹੈਗਾ ਕਿ ਕਿੱਥੇ ਹੈਗੀ ਹੈ ਬਲੌਕੇਜ। ਉਹਦੇ ਵਾਸਤੇ ਆਪਾਂ ਹੋਰ ਕੀ ਕਰ ਸਕਦੇ ਹੈਗੇ ਆ, ਤੁਹਾਨੂੰ ਕੀ ਸਿੰਪਟਮ ਹੈਗੇ ਨੇ, ਛਾਤੀ ਵਿੱਚ ਦਰਦ ਹੁੰਦਾ ਹੈ ਜਾਂ ਲੱਤਾਂ ਵਿੱਚ ਦਰਦ ਹੁੰਦਾ ਹੈ ਜਾਂ ਸਟ੍ਰੋਕ ਹੋਇਆ ਕਿ ਨਹੀਂ ਹੋਇਆ, ਜੇ ਆਪਾਂ ਬ੍ਰੇਨ ਦੀ ਗੱਲ ਕਰ ਰਹੇ ਹੈਗੇ ਆ, ਉਹ ਸਾਰੀਆਂ ਚੀਜ਼ਾਂ ਦੇਖ ਕੇ ਜਾਂ ਤਾਂ ਮੈਡੀਕਲ ਟ੍ਰੀਟਮੈਂਟ ਮਤਲਬ ਕਿ ਮੈਡੀਸਨ ਦਵਾਈਆਂ ਨਾਲ ਹੀ ਠੀਕ ਹੋ ਸਕਦਾ ਹੈਗਾ, ਜਾਂ ਆਪਣੇ ਖਾਣੇ ਵੀ ਚੇਂਜ ਕਰਕੇ ਨਾਲ ਜਾਂ ਫਿਰ ਕਈ ਲੋਕਾਂ ਨੂੰ ਸਰਜਰੀ ਕਰਾਉਣੀ ਪੈਂਦੀ ਹੈਗੀ ਆ। ਤੇ ਤੁਸੀਂ ਆਪਣੇ ਡਾਕਟਰ ਨੂੰ ਜ਼ਰੂਰ ਗੱਲ ਕਰਨੀ ਹੈਗੀ ਆ। ਸੋ ਨਰਵਸ ਦੀ ਪ੍ਰੋਬਲਮ ਨਹੀਂ ਹੈਗੀ ਆ, ਜੋ ਵੀ ਹੈਗਾ ਕਿੱਥੇ ਬਲੌਕੇਜ ਜਿਹੜੀ ਹੈਗੀ ਆ ਉਹ ਸਰਕੂਲੇਸ਼ਨ ਵਿੱਚ ਹੈਗੀ ਆ। ਜੀ ਬਿਲਕੁਲ। ਤੇ ਸਰ ਜਿਵੇਂ ਆਪਾਂ ਅੱਜ ਡਾਇਬੀਟੀਜ਼ ਦੇ ਬਾਰੇ ਵਿੱਚ ਗੱਲਬਾਤ ਕਰ ਰਹੇ ਹਾਂ, ਇਨਸੂਲਿਨ ਤੱਕ ਲੈਣ ਦੀ ਕਈਆਂ ਨੂੰ ਨੌਬਤ ਆਈ ਹੋਈ ਆ। ਸੋ ਡਾਇਬੀਟੀਜ਼ ਦੀਆਂ ਜਿਹੜੀਆਂ ਰੈਗੂਲਰ ਹੁਣ ਮੈਡੀਸਿਨਸ ਚੱਲਦੀਆਂ ਪਈਆਂ ਨੇ, ਤਾਂ ਇਹਨਾਂ ਦੀ ਗੱਲ ਕੀਤੀ ਜਾਵੇ ਤਾਂ ਕਿ ਇਹਨਾਂ ਨਾਲ ਅਸੀਂ ਕੰਟਰੋਲ ਤਾਂ ਕਰ ਸਕਦੇ ਹਾਂ, ਪਰ ਕੀ ਅਸੀਂ ਵਾਪਸ ਇਹਨੂੰ ਨਾਰਮਲ ਲੈਵਲ ਤੇ ਲੈ ਕੇ ਆ ਸਕਦੇ ਹਾਂ? ਜੀ ਆਪਾਂ ਪਹਿਲੀ ਮੈਂ ਗੱਲ ਕਰਾਂਗਾ ਇਨਸੂਲਿਨ ਦੀ ਤੇ ਬਾਕੀ ਮੈਡੀਸਨ ਦੀ। ਇਨਸੂਲਿਨ ਨੈਚੁਰਲ ਹੈਗਾ, ਆਪਣੀ ਬਾਡੀ ਵਿੱਚ ਬਣਦਾ ਹੈਗਾ, ਪਰ ਜੇ ਨਹੀਂ ਬਣਦਾ ਪੂਰਾ ਤੇ ਇਨਸੂਲਿਨ ਕਈ ਵਾਰੀ ਲਗਾਉਣਾ ਪੈਂਦਾ ਹੈਗਾ ਡਾਇਬੀਟੀਜ਼ ਵਾਲਿਆਂ ਨੂੰ, ਮਰੀਜ਼ਾਂ ਨੂੰ। ਹੁਣ ਨਵੇਂ ਇਨਸੂਲਿਨ ਬਣ ਰਹੇ ਹੈਗੇ ਨੇ ਜੋ ਕਿ ਰੋਜ਼ ਨਹੀਂ ਲਗਾਉਣੇ ਪੈਂਦੇ। ਹਾਲੇ ਤੱਕ ਜਿਹੜੇ ਇਨਸੂਲਿਨ ਹੈਗੇ ਸੀ ਉਹ ਰੋਜ਼ ਲਗਾਉਣੇ ਪੈਂਦੇ ਸੀਗੇ, ਉਹ ਹੁਣ ਹਫ਼ਤੇ ਵਿੱਚ ਜਾਂ 2 ਹਫ਼ਤਿਆਂ ਵਿੱਚ ਇੱਕ ਵਾਰੀ ਲੱਗਣਗੇ। ਤੋਂ ਹਾਲੇ ਰਿਸਰਚ ਹੋ ਰਹੀ ਹੈਗੀ ਹੈ ਤੇ ਉਹਦੀ ਵੀ ਤਕਨੀਕ ਜਿਹੜੀ ਹੈਗੀ ਆ ਚੱਲ ਰਹੀ ਹੈਗੀ ਆ। ਜਿਹੜੀ ਆਪਾਂ ਗੱਲ ਤੁਸੀਂ ਕੁਐਸਚਨ ਪੁੱਛਿਆ ਹੈਗਾ ਤਰਨਜੀਤ ਜੀ ਕਿ ਸ਼ੂਗਰ ਦੀ ਬਿਮਾਰੀ ਨੂੰ ਆਪਾਂ ਵੀ ਕੰਟਰੋਲ ਵਿੱਚ ਕਰ ਸਕਦੇ ਹੈਗੇ ਆ, ਪਰ ਰਿਵਰਸ ਕਰ ਸਕਦੇ ਹੈਗੇ ਆ ਕਿ ਨਹੀਂ। ਤੇ ਇਹਦੇ ਤੇ ਵੀ ਕੁਝ ਰਿਸਰਚ ਹੋਈ ਹੈਗੀ ਆ ਪਿਛਲੇ ਕੁਝ ਸਾਲਾਂ ਵਿੱਚ। ਇੱਕ ਤਾਂ ਹੈਗਾ ਰਿਸਰਚ ਜਿਹੜੀ ਹੈਗੀ ਆ ਬਾਈਪਾਸ ਸਰਜਰੀ, ਗੈਸਟ੍ਰਿਕ ਬਾਈਪਾਸ ਸਰਜਰੀ ਕਹਿੰਦੇ ਹੈਗੇ, ਮੋਟਾਪੇ ਦੀ ਸਰਜਰੀ ਆਪਾਂ ਕਹਿ ਲਈਏ, ਜਿਨ੍ਹਾਂ ਨੂੰ ਬਹੁਤ ਜ਼ਿਆਦਾ ਮੋਟਾਪਾ ਹੈਗਾ, ਮਤਲਬ weight ਜਿਹੜਾ ਹੈਗਾ ਹਾਈਟ ਦੇ ਮੁਕਾਬਲੇ ਜੇ ਆਪਾਂ ਬੋਡੀ ਮਾਸ ਇੰਡੈਕਸ ਗਿਣ ਲਈਏ ਤੇ 35 ਤੋਂ ਵੀ ਜ਼ਿਆਦਾ ਬੋਡੀ ਮਾਸ ਇੰਡੈਕਸ ਹੈਗਾ, ਮਤਲਬ ਬਹੁਤ ਜ਼ਿਆਦਾ ਮੋਟਾਪਾ ਹੈਗਾ। ਤੇ ਉਹਨਾਂ ਨੂੰ ਓਨਟਾਰੀਓ ਵਿੱਚ ਵੀ ਤੇ ਕੈਨੇਡਾ ਵਿੱਚ ਵੀ ਅਲੱਗ-ਅਲੱਗ ਪ੍ਰੋਵਿੰਸਿਸ ਵਿੱਚ ਵੀ ਮੋਟਾਪੇ ਦੀ ਸਰਜਰੀ ਜਿਹੜੀ ਹੈਗੀ ਆ ਵੀ ਢਿੱਡ ਨੂੰ ਛੋਟਾ ਕਰਕੇ ਉਹ ਵੀ ਆਂਤੜੀਆਂ ਕੱਢ ਦਿੰਦੇ ਹੈਗੇ ਨੇ ਥੋੜੀਆਂ ਜਿਹੀਆਂ, ਤੇ ਉਹਦੇ ਨਾਲ ਮੋਟਾਪਾ ਘਟ ਜਾਂਦਾ ਤੇ ਸ਼ੂਗਰ ਦੀ ਬਿਮਾਰੀ ਦਾ ਰਿਵਰਸ ਹੋ ਜਾਂਦੀ ਹੈਗੀ ਆ ਕਈ ਲੋਕਾਂ ਦੀ। ਇਹ ਦੇਖਿਆ ਗਿਆ ਹੈਗਾ, ਕਾਫੀ ਰਿਸਰਚ ਵਧੀਆ ਆਈ ਹੈਗੀ ਜਿਹੜੇ ਲੋਕ ਬਹੁਤ ਮੋਟੇ ਹੈਗੇ ਨੇ ਜੀ। ਹੋਰ ਇੱਕ ਰਿਸਰਚ ਹੋਈ ਹੈਗੀ ਹੈ ਕਿ ਆਪਾਂ ਜੇ ਬਹੁਤ ਹੀ ਘੱਟ ਖਾਈਏ, ਆਪਾਂ ਜਨਰਲੀ ਕਹਿੰਦੇ ਆ 1500 ਤੋਂ 2000 ਕੈਲੋਰੀ ਆਪਾਂ ਦਿਨ ਵਿੱਚ ਖਾਂਦੇ ਹੈਗੇ ਆ ਜਨਰਲੀ ਜੇ ਆਪਾਂ ਦੇਖੀ ਜਾਏ ਤਾਂ। ਤੇ ਕੁਝ ਰਿਸਰਚ UK ਤੋਂ ਆਈ ਹੈਗੀ ਹੈ ਜਿਹਦੇ ਵਿੱਚ 700 ਕੈਲੋਰੀ, ਮਤਲਬ ਉਸ ਤੋਂ ଅଧିਆਂ ਕੈਲੋਰੀ ਜੇ ਖਾਈਏ ਤੇ ਫਿਰ ਮੋਟਾਪਾ ਘਟਾਈਏ ਤੇ ਉਹਦੇ ਨਾਲ ਵੀ ਸਿਮਿਲਰ ਬੈਨੀਫਿਟ ਜਿਹੜਾ ਹੁੰਦਾ ਹੋ ਸਕਦਾ ਹੈ ਕਿ ਕੁਝ ਰਿਵਰਸਲ ਹੋ ਸਕਦਾ। ਪਰ ਇਹ ਰਿਵਰਸਲ ਜਿਹੜਾ ਹੈਗਾ ਸ਼ੁਰੂਆਤ ਦੀ ਡਾਇਬੀਟੀਜ਼ ਵਿੱਚ ਹੈਗਾ, ਐਵੇਂ ਨਹੀਂ ਹੈਗਾ ਵੀ ਆਪਾਂ 10 ਸਾਲ ਹੋ ਗਏ 15 ਸਾਲ ਹੋ ਗਏ ਹੈਗੇ ਨੇ ਇਨਸੂਲਿਨ ਲੈ ਰਹੇ ਹੈਗੇ ਆ ਤੇ ਆਪਾਂ ਕਹੀਏ ਹੁਣ ਰਿਵਰਸ ਹੋ ਜਾਣੀ ਹੈਗੀ, ਐਵੇਂ ਨਹੀਂ ਹੈਗਾ। ਸ਼ੁਰੂਆਤ ਦੀ ਡਾਇਬੀਟੀਜ਼ ਦਾ ਥੋੜਾ ਰਿਵਰਸਲ ਦੇਖਿਆ ਗਿਆ ਹੈ ਜੀ। ਤੇ ਸਰ ਜਿਵੇਂ ਇਹਨਾਂ ਖੋਜਾਂ ਦੀ ਗੱਲ ਹੋ ਰਹੀ ਹੈ, ਤੁਸੀਂ ਕਿਹਾ ਕਿ ਸ਼ੁਰੂਆਤ ਦੇ ਦਿਨਾਂ ਦੇ ਵਿੱਚ ਇਹਨੂੰ ਰਿਵਰਸ ਕੀਤਾ ਜਾ ਸਕਦਾ ਹੈ, ਪਰ ਜਿਹੜੇ ਇਸ ਵਕਤ ਕ੍ਰੋਨਿਕ ਡਿਜ਼ੀਜ਼ਸ ਨਾਲ ਜਿਵੇਂ ਹੁਣ ਕ੍ਰੋਨਿਕ ਜਿਨ੍ਹਾਂ ਦੀ ਪਹੁੰਚ ਚੁੱਕੀ ਹੈ ਸਟੇਜ, ਉਹਨਾਂ ਲਈ ਫਿਰ ਤੁਸੀਂ ਕੀ ਆਪਸ਼ਨ ਦੇਵੋਗੇ?
ਉਹਨਾਂ ਨੂੰ ਦੋਨੋਂ ਚੀਜ਼ਾਂ ਵੀ ਆਪਾਂ ਦੇਖੀਏ ਵੀ ਆਪਾਂ ਖਾਣਾ ਜਿੰਨਾ ਘਟਾਵਾਂਗੇ ਉਨੀ ਘੱਟ ਦਵਾਈਆਂ ਲੱਗਣਗੀਆਂ, ਉਨੀਆਂ ਘੱਟ ਫਿਰ ਆਪਾਂ ਨੂੰ ਗੋਲੀਆਂ ਲੈਣੀਆਂ ਪੈਣਗੀਆਂ ਜਾਂ ਇਨਸੂਲਿਨ ਲੈਣੇ ਪੈਣਗੇ, ਡੋਜ਼ ਘੱਟ ਰਹੇਗੀ। ਜੇ ਆਪਾਂ ਇਹ ਸੋਚਾਂਗੇ ਕਿ ਦਵਾਈਆਂ ਤਾਂ ਚੱਲ ਹੀ ਰਹੀਆਂ, ਆਪਾਂ ਅੱਜ ਇਹ ਮਿੱਠਾ ਖਾ ਲਈਏ, ਅੱਜ ਇਹ ਕੁੱਕੀ ਖਾ ਲਈਏ, ਅੱਜ 3 ਰੋਟੀਆਂ ਦੀ ਜਗ੍ਹਾ 4 ਖਾ ਲਈਏ, ਇੱਕ ਨਾ ਖਾਈਏ, ਉਸ ਤੋਂ ਡਬਲ ਖਾ ਲਈਏ, ਤੇ ਫਿਰ ਆਪਾਂ ਕੋਈ ਵੀ ਦਵਾਈਆਂ ਜਿਹੜੀਆਂ ਅੱਜ ਲੈ ਰਹੇ ਹੈਗੇ ਆ ਉਹ ਸਗੋਂ ਵੱਧਦੀਆਂ ਰਹਿਣਗੀਆਂ। ਤੇ ਕ੍ਰੋਨਿਕ ਜਿਨ੍ਹਾਂ ਨੂੰ ਪਹੁੰਚ ਚੁੱਕੀ ਹੈਗੀ ਆ, 10-15 ਸਾਲ ਹੋ ਚੁੱਕੇ ਹੈਗੇ ਨੇ, ਆਪਾਂ ਖਾਣਾ ਵੀ ਕੰਟਰੋਲ ਰੱਖੀਏ, ਨਾਲ ਦਵਾਈਆਂ ਰੱਖੀਏ, ਤੇ ਦਵਾਈਆਂ ਘਟਾਉਣ ਦੀ ਕੋਸ਼ਿਸ਼ ਕਰੀਏ, ਵਧਾਉਣ ਦੀ ਕੋਸ਼ਿਸ਼ ਨਾ ਕਰੀਏ ਵੀ ਖਾਣਾ ਕੰਟਰੋਲ ਕਰਕੇ ਤੇ ਆਪਣਾ weight ਨੂੰ ਕੰਟਰੋਲ ਕਰਕੇ। ਜੀ ਸਰ, ਕੁਝ ਫੀਮੇਲਸ ਦੇ ਵਿੱਚ ਹੁੰਦਾ ਹੈ ਕਿ ਪ੍ਰੈਗਨੈਂਸੀ ਦੇ ਦੌਰਾਨ ਕਈਆਂ ਦੀ ਸ਼ੂਗਰ ਵੱਧ ਜਾਂਦੀ ਹੈ, ਇਹਦਾ ਕੋਈ ਬੱਚੇ ਦੇ ਉੱਤੇ ਕੋਈ ਸਾਈਡ ਇਫੈਕਟ ਤਾਂ ਨਹੀਂ ਪੈਂਦਾ, ਤੇ ਕੀ ਉਸ ਤੋਂ ਬਾਅਦ ਇਹ ਜਿਹੜੀ ਕੰਟਰੋਲ 'ਚ ਹੋ ਜਾਂਦੀ ਹੈ ਆਫਟਰ ਬਰਥ? ਜੀ, ਤੇ ਬਹੁਤ ਜ਼ਿਆਦਾ ਦੇਖਿਆ ਜਾ ਰਿਹਾ ਹੈਗਾ। ਅਗੇਨ ਸਾਊਥ ਏਸ਼ੀਅਨ ਕਮਿਊਨਿਟੀ ਵਿੱਚ ਬਹੁਤ ਜ਼ਿਆਦਾ ਹੈਗਾ ਵੀ ਲੇਡੀਜ਼ ਨੂੰ ਹੁੰਦਾ ਹੈਗਾ ਪ੍ਰੈਗਨੈਂਸੀ ਦੇ ਦੌਰਾਨ ਡਾਇਬੀਟੀਜ਼ ਹੋ ਜਾਂਦੀ ਹੈਗੀ ਆ, ਤਾਂ ਉਹਦੇ ਤੇ ਬੱਚੇ ਤੇ ਮਤਲਬ ਪ੍ਰੈਗਨੈਂਸੀ ਤੇ ਅਸਰ ਪੈ ਸਕਦਾ ਹੈਗਾ। ਮਿਸਕੈਰੇਜ ਦੇ ਚਾਂਸ ਵੱਧ ਜਾਂਦੇ ਹੈਗੇ ਨੇ, ਜਾਂ ਬੱਚੇ ਦੀ ਡਿਲੀਵਰੀ ਜਲਦੀ ਕਰਨੀ ਪੈਂਦੀ ਹੈਗੀ ਹੈ ਕਿਉਂਕਿ ਬੱਚੇ ਦਾ ਸਾਈਜ਼ ਜ਼ਿਆਦਾ ਵੱਧ ਜਾਂਦਾ ਹੈਗਾ। ਕਈ ਵਾਰੀ ਹਾਰਟ ਡਿਫੈਕਟ ਵੀ ਦੇਖੇ ਗਏ ਹੈਗੇ ਨੇ ਬੱਚੇ ਦੇ, ਜੇ ਸ਼ੂਗਰ ਜ਼ਿਆਦਾ ਹੋਵੇ ਮਾਂ ਦੀ ਤੇ ਕੰਟਰੋਲ ਨਾ ਆ ਰਹੀ ਹੋਵੇ, ਤੇ ਹਾਰਟ ਦੇ ਵੀ ਡਿਫੈਕਟ ਹੋ ਸਕਦੇ ਹੈਗੇ ਨੇ। ਤਾਂ ਇਸ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਬਹੁਤ ਹੀ ਟਾਈਟਲੀ ਕੰਟਰੋਲ ਹੋਣੀ ਚਾਹੀਦੀ ਪ੍ਰੈਗਨੈਂਸੀ ਦੇ ਵਿੱਚ ਜੇ ਸ਼ੂਗਰ ਹੈਗੀ ਹੈ। ਜਦੋਂ ਡਿਲੀਵਰੀ ਹੋ ਜਾਂਦੀ ਹੈਗੀ ਆ ਤੇ ਜ਼ਿਆਦਾਤਰ ਲੇਡੀਜ਼ ਨੂੰ ਪ੍ਰੈਗਨੈਂਸੀ ਤੋਂ ਬਾਅਦ, ਡਿਲੀਵਰੀ ਤੋਂ ਬਾਅਦ ਸ਼ੂਗਰ ਨਾਰਮਲ ਆ ਜਾਂਦੀ ਹੈਗੀ ਆ, ਪਰ ਫਿਰ ਉਹਨਾਂ ਨੂੰ ਖਤਰਾ ਰਹਿੰਦਾ ਹੈਗਾ। ਅਗਲੇ 1-2 ਸਾਲ 5 ਸਾਲ ਟੈਸਟ ਕਰਾਉਣਾ ਜ਼ਰੂਰੀ ਹੈਗਾ, ਤੇ ਆਪਣੇ ਖਾਣੇ ਕੰਟਰੋਲ ਕਰਨੇ ਜ਼ਰੂਰੀ ਹੈਗੇ ਨੇ ਤਾਂ ਕਿ ਸ਼ੂਗਰ ਨਾ ਹੋ ਜਾਵੇ ਉਹਨਾਂ ਨੂੰ। ਜੀ ਬਿਲਕੁਲ। ਤੇ ਸਰ, ਹੁਣ ਲਗਭਗ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ, ਪਰ ਜਿਹੜੇ ਦਰਸ਼ਕ ਇਸ ਵਕਤ ਤੁਹਾਨੂੰ ਦੇਖ ਰਹੇ ਨੇ, ਤਾਂ ਕੀ ਕਹਿਣਾ ਚਾਹੋਗੇ ਉਹਨਾਂ ਨੂੰ? ਜੀ, ਮੈਂ ਕਹਿਣਾ ਚਾਹਾਂਗਾ ਕਿ ਆਪਾਂ ਜਿਵੇਂ ਇਕਜੁੱਟ ਹੋ ਕੇ, ਇਕੱਠੇ ਹੋ ਕੇ ਟੂਗੇਦਰ ਕਮਿਊਨਿਟੀ ਦੀ ਤੌਰ ਤੇ COVID-19 ਦਾ ਆਪਾਂ ਸਾਹਮਣਾ ਕੀਤਾ ਹੈਗਾ, ਤੇ ਕੰਪਲਿਕੇਸ਼ਨ ਉਹਦੀਆਂ ਆਪਾਂ ਕੰਟਰੋਲ ਕੀਤੀਆਂ ਨੇ। ਪਹਿਲਾਂ ਆਪਾਂ ਲੋਕਡਾਊਨ ਵਿੱਚ ਇਕੱਠੇ ਹੋ ਕੇ ਸਾਰਿਆਂ ਨੇ ਯੋਗਦਾਨ ਪਾਇਆ ਹੈਗਾ। ਹੁਣ ਵੈਕਸੀਨ ਜਿਹੜੇ ਲੱਗੇ ਹੈਗੇ ਨੇ, ਸਾਰਿਆਂ ਨੂੰ ਉਹਦੇ ਵਿੱਚ ਆਪਣਾ ਹਿੱਸਾ ਪਾਇਆ ਹੈਗਾ ਆਪਾਂ ਕਹੀਏ। ਤੇ ਐਵੇਂ ਹੀ ਹੋਰ ਬਿਮਾਰੀਆਂ ਇਨਕਲੂਡਿੰਗ ਡਾਇਬੀਟੀਜ਼, ਇਨਕਲੂਡਿੰਗ ਬਲੱਡ ਪ੍ਰੈਸ਼ਰ, ਉਹਨਾਂ ਤੇ ਵੀ ਆਪਾਂ ਇਸੇ ਤਰ੍ਹਾਂ ਇਕਜੁੱਟ ਹੋ ਕੇ ਜੇ ਆਪਾਂ ਧਿਆਨ ਦੇਵਾਂਗੇ ਤੇ ਬਾਕੀ ਬਿਮਾਰੀਆਂ ਨੂੰ ਵੀ ਆਪਾਂ ਘਟਾ ਸਕਦੇ ਹੈਗੇ ਆ। ਆਪਣੀ ਕਮਿਊਨਿਟੀ ਨੂੰ, ਆਪਣੇ ਆਪ ਨੂੰ, ਆਪਣੇ ਫੈਮਿਲੀ ਨੂੰ ਆਪਾਂ ਬਚਾ ਸਕਦੇ ਹੈਗੇ ਆ। ਤੇ ਜਿੰਨੀ ਜਾਣਕਾਰੀ ਸਹੀ ਆਪਾਂ ਲੈ ਸਕੀਏ ਉਹ ਕੋਸ਼ਿਸ਼ ਕਰੀਏ। ਆਪਾਂ ਦੇਖਿਆ ਹੀ ਹੈ COVID-19 ਦੇ ਵਿੱਚ ਕਿੰਨੀ ਜਾਣਕਾਰੀ ਕੁਝ ਖਰਾਬ ਆ ਰਹੀ ਸੀ, ਕੁਝ ਸਹੀ ਆ ਰਹੀ ਸੀ, ਤੇ ਆਪਾਂ ਸਹੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰੀਏ ਬਿਮਾਰੀਆਂ ਬਾਰੇ ਤੇ ਸਿਹਤ ਬਾਰੇ, ਤੇ ਖਰਾਬ ਜਾਣਕਾਰੀ ਜਿਹੜੀ ਹੈਗੀ ਆ ਆਪਾਂ ਉਹਨੂੰ ਨਜ਼ਰਅੰਦਾਜ਼ ਕਰੀਏ ਤੇ ਫਾਰਵਰਡ ਨਾ ਕਰੀਏ WhatsApp ਵਗੈਰਾ ਤੇ, ਜੇ ਆਪਾਂ ਨੂੰ ਪਤਾ ਹੈਗਾ ਇਹ ਜਾਣਕਾਰੀ ਸਹੀ ਨਹੀਂ ਹੈਗੀ। ਜੀ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਡਾਕਟਰ ਬਜਾਜ, ਤੁਸੀਂ ਸਾਡੇ ਪ੍ਰੋਗਰਾਮ 'ਚ ਜੁੜਦੇ ਹੋ, ਸਾਨੂੰ ਜਾਣਕਾਰੀ ਦਿੰਦੇ ਹੋ ਤੇ ਦਰਸ਼ਕਾਂ ਦੇ ਸਵਾਲਾਂ ਦੇ ਵੀ ਜਵਾਬ ਦਿੰਦੇ ਹੋ। ਥੈਂਕ ਯੂ ਸੋ ਮਚ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਦੋਸਤੋ, ਅਸੀਂ ਡਾਕਟਰ ਬਜਾਜ ਇਹਨਾਂ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਡਾਇਬੀਟੀਜ਼ ਦੇ ਖੇਤਰ ਵਿੱਚ ਕੀ ਨਵੀਆਂ ਖੋਜਾਂ ਹੋ ਰਹੀਆਂ ਨੇ, ਨਾਲ ਹੀ ਤੁਹਾਡੇ ਸਵਾਲਾਂ ਦੇ ਵੀ ਜਵਾਬ ਦਿੱਤੇ ਨੇ। ਇਸ ਨਾਲ ਫਿਲਹਾਲ ਇਸ ਪ੍ਰੋਗਰਾਮ 'ਚ ਸਾਨੂੰ ਦਿਓ ਇਜਾਜ਼ਤ। ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।